ਸਤਿਨਾਮ। ਧੰਨ ਵਾਹਿਗੁਰੂ ਜੀ। ਤੁਮਰੀ ਕਿਆ ਗੁਣ ਕਹਾ ਮੇਰੇ ਸੁਆਮੀ। ਜਬ ਗੁਰ ਬੋਲਹਿ ਤਬ ਬਿਸਮ ਹੋਇ ਜਾਏ। ਹਮ ਜੈਸੇ ਅਪਰਾਧੀ ਅਵਰ ਕੋਈ ਰਾਖੇ। जैसे हम सतगुर राख लिए छड़ाए। तू गुर पिता तू है गुर माता। तू गुर बंदप मेरा सखा सखाए। बेशुमार अथाह आगंत अतुल। ज्यों बुलावो त्यों नानक दास बोले। ज्यों बुलावो त्यों नानक दास बोले। सतनाम। श्री वाहिगुरु जी। तनासरी महला पहला। शंत एक ओंकार। सतगुर प्रसाद। तीरथ नावन जाओ। तीरथ नाम है। तीरथ शब्द विचार। अंतर ज्ञान है। तीरथ नावन जाओ। तीरथ नाम है। तीरथ शब्द विचार। अंतर ज्ञान है। वाहिगुरु जी का खालसा वाहिगुरु जी की फतेह। परम सन्मानयोग जुगो जुग अटल तख्त चवर छत्र दे मालिक सतगुरु श्री गुरु ग्रंथ ਸਾਹਿਬ महाराज पातशाह जी दी पावन पवित्र हजूरी अंदर गुरुद्वारा ਬੀਬੀ ਨਾਨਕੀ जी ਦੇ पावन पवित्र ਅਸਥਾਨਾਂ ਤੇ ਸਜੇ ਹੋਏ ਦੀਵਾਨਾਂ ਵਿੱਚ ਆਪ ਸੰਗਤ ਹਾਜ਼ਰੀਆਂ ਭਰ ਕੇ ਤਥਾ ਸੋਸ਼ਲ ਮੀਡੀਆ ਦੇ ਰਾਹੀਂ ਘਰਾਂ ਵਿੱਚ ਬੈਠ ਕਰਕੇ ਮਹਾਰਾਜ ਜੀ ਦੇ ਇਸ ਪਾਵਨ ਅਸਥਾਨਾਂ ਤੋਂ
ਚੱਲ ਰਹੇ ਗੁਰਬਾਣੀ ਦੇ ਪ੍ਰਵਾਹ ਨੂੰ ਆਪ ਜੀ ਸਰਵਣ ਕਰ ਰਹੇ ਹੋ ਤੇ ਜੀਵਨ ਦੇ ਜੋ ਕੀਮਤੀ ਸਮਾਂ ਸਤਿਗੁਰ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ, ਇਸ ਕੀਮਤੀ ਸਮੇਂ ਨੂੰ ਆਪ ਸੰਗਤ ਸਫਲਾ ਕਰ ਰਹੇ ਹੋ। ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਤਨਾਸਰੀ ਰਾਗ ਦੇ ਅੰਦਰ ਅੱਜ ਦਾ ਜੋ ਹੁਕਮਨਾਮਾ ਹੈ, ਜੋ ਸਤਿਗੁਰਾਂ ਨੇ ਤਖਤਾਂ ਤੇ ਸੁਭਾਏਮਨ ਹੋ ਕਰਕੇ ਅੱਜ ਹੁਕਮਨਾਮੇ ਦੇ ਰੂਪ ਦੇ ਵਿੱਚ ਸ਼ਬਦ ਬਖਸ਼ਿਆ, ਇਹ ਪਾਵਨ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਗ 687 ਤੋਂ ਪ੍ਰਾਰੰਭ ਹੋ ਕਰਕੇ ਤੇ 688 ਅੰਗ ਤੇ ਇਹਨਾਂ ਪਾਵਨ ਬਚਨਾਂ ਦੀ ਸੰਪੂਰਨਤਾ ਹੈ। ਸੰਤ ਦੇ ਰੂਪ ਦੇ ਵਿੱਚ ਸਤਿਗੁਰ ਮਹਾਰਾਜ ਜੀ ਨੇ ਇਹ ਪਾਵਨ ਬਚਨ ਉਚਾਰਨ ਕੀਤੇ ਹਨ। ਤਨਾਸਰੀ ਰਾਗ ਹੈ ਤੇ ਉਚਾਰਨ ਕਰਨ ਵਾਲੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਹਨ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਕਿਰਪਾ ਕਰਨ ਵਿੱਚ ਵਰਤਨ, ਇਸ ਪਾਵਨ ਬਚਨਾਂ ਦੀ ਵਿਚਾਰ ਆਪਾਂ ਕਰ ਸਕੀਏ। ਆਪ ਸੰਗਤ ਅਸੀਸ ਬਖਸ਼ੋ। ਮਨ ਬਿਰਤੀਆਂ ਇਕਾਗਰ ਕਰਦਿਆਂ ਗੁਰੂ ਚਰਨਾਂ ਵਿੱਚ ਆਓ, ਲਵਾਓ ਹਾਜ਼ਰੀ। ਅਦਬ ਪਿਆਰ ਸਤਿਕਾਰ ਨਾਲ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਜਪਜੀ ਸਾਹਿਬ ਜਦੋਂ ਅਸੀਂ ਪੜ੍ਹਦੇ ਹਾਂ ਤੇ ਜਪਜੀ ਸਾਹਿਬ ਦੇ ਅੰਦਰ ਸਤਿਗੁਰ ਮਹਾਰਾਜ ਪਾਤਸ਼ਾਹ ਇੱਕ ਵਿਚਾਰ ਆਖਦੇ ਨੇ। ਮਹਾਰਾਜ ਆਖਦੇ ਨੇ ਕਿ ਤੀਰਥ ਨਾਵਨ ਜਾਓ, ਤੀਰਥ ਨਾਮ ਹੈ। ਇਹ ਅੱਜ ਦੇ ਬਚਨ ਨੇ। ਤੇ ਸਤਿਗੁਰ ਮਹਾਰਾਜ ਪਾਤਸ਼ਾਹ ਆਖਦੇ ਨੇ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਨ ਭਾਣੇ ਕੇ ਨਾਏ ਕਰੀ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੇ ਅਕਾਲ ਪੁਰਖ ਵਾਹਿਗੁਰੂ, ਮੈਂ ਤੀਰਥਾਂ ਤੇ ਇਸ਼ਨਾਨ ਕਰਾਂ, ਤੀਰਥ ਨਾਵਾਂ। ਮਹਾਰਾਜ ਮੈਂ ਤੀਰਥਾਂ ਤੇ ਇਸ਼ਨਾਨ ਕਰਾਂ, ਪਰ ਤਾਂ ਕਰਨ ਵਾਸਤੇ ਜਾਵਾਂ ਜੇ ਤਿਸ ਭਾਵਾਂ। ਤੀਰਥ ਉੱਥੇ ਸ਼ਬਦ ਹੈ ਨਾਵਾ, ਨੰਨੇ ਕੰਨਾ ਤੇ ਵੋਵੇ ਕੰਨਾ ਨਾਵਾ, ਪਰ ਉਚਾਰਨ ਜਦੋਂ ਕਰਨਾ ਹੈ ਉਹਨੂੰ ਭਾਰਾ ਕਰਕੇ ਬੋਲੀਦਾ ਹੈ ਤੀਰਥ ਨਾਵਾ ਜੇ ਤਿਸ ਭਾਵਾਂ ਬਿਨ ਭਾਣੇ ਕੇ ਨਾਏ ਕਰੀ। ਮਹਾਰਾਜ ਕਹਿੰਦੇ ਮਾਲਕ ਜੀ ਮੈਂ ਤੀਰਥਾਂ ਤੇ ਜਾਣ ਨੂੰ ਤਿਆਰ ਹਾਂ ਕਿ ਤੀਰਥਾਂ ਤੇ ਜਾ ਕਰਕੇ ਮੈਂ ਇਸ਼ਨਾਨ ਵੀ ਕਰ ਲਵਾਂ, ਪਰ ਇਹ ਸਾਰਾ ਕੁਝ ਮੈਂ ਤਾਂ ਕਰਾਂ ਜੇਕਰ ਤੁਹਾਡੀ ਖੁਸ਼ੀ ਇਹਦੇ ਵਿੱਚ ਹੋਵੇ। ਜਿਹਨੂੰ ਮਾਲਕ ਸੱਚੇ ਪਾਤਸ਼ਾਹ ਮਹਾਰਾਜ ਜੀ ਆਰੰਭਤਾ ਵਿੱਚ ਜਿਹੜੀ ਗੱਲ ਨੂੰ ਆਖਦੇ ਆ ਨਾ ਕਿ ਜੇਕਰ ਸਚਿਆਰਾ ਬਣਨਾ ਹੈ ਕਿਵ ਸਚਿਆਰਾ ਹੋਈਏ, ਕਿਵ ਕੂੜੇ ਟੁੱਟੇ ਪਾਲ। ਤੇ ਮਹਾਰਾਜ ਨੇ ਜਿਹੜਾ ਹੁਕਮ ਉੱਥੇ ਦੱਸ ਦਿੱਤਾ, ਪੂਰਨ ਜਪਜੀ ਸਾਹਿਬ ਦੀ ਵਿਚਾਰ ਉਸੇ ਹੁਕਮ ਦੇ ਦੁਆਲੇ ਚੱਲਦੀ ਪਈ ਆ। ਮਹਾਰਾਜ ਕਹਿੰਦੇ ਨੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਬਸ ਸਚਿਆਰ ਹੋਣ ਵਾਸਤੇ ਮਨ ਦੇ ਵਿੱਚ ਇਹ ਦ੍ਰਿੜ ਭਰੋਸਾ ਯਕੀਨ ਰੱਖਣਾ ਪੈਣਾ ਹੈ ਕਿ ਮੈਂ ਬਿਨਾਂ ਹੁਕਮ ਤੋਂ ਕੁਝ ਵੀ ਨਹੀਂ ਕਰਨਾ। ਜੋ ਤੁਧ ਭਾਵੇਂ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ। ਮਹਾਰਾਜ ਬਾਰ-ਬਾਰ ਇਸ ਗੱਲ ਨੂੰ ਦੁਹਰਾਈ ਜਾਂਦੇ ਨੇ ਕਿ ਮੈਂ ਹੁਕਮ ਦੇ ਵਿੱਚ ਹਾਂ, ਮੈਂ ਹੁਕਮ ਦੇ ਵਿੱਚ ਚੱਲਣਾ ਹੈ, ਮੈਂ ਹੁਕਮ ਦੇ ਵਿੱਚ ਰਹਿਣਾ ਹੈ। ਹੁਣ ਮਹਾਰਾਜ ਇੱਥੇ ਜਿਹੜਾ ਜਪਜੀ ਸਾਹਿਬ ਦੇ ਵਿੱਚ ਵਿਚਾਰ ਦਿੱਤਾ ਹੈ ਨਾ ਕਿ ਤੀਰਥ ਨਾਵਾ ਜੇ ਤਿਸ ਭਾਵਾ ਵਿਨ ਭਾਣੇ ਕੇ ਨਾਏ ਕਰੀ। ਭਾਣੇ ਦਾ ਅਰਥ ਹੈ ਕਿ ਤੈਨੂੰ ਚੰਗਾ ਲੱਗਿਆ ਤਾਂ। ਤੀਰਥ ਨਾਵਾ ਮੈਂ ਤੀਰਥਾਂ ਤੇ ਇਸ਼ਨਾਨ ਕਰਾਂ ਜੇ ਤਿਸ ਭਾਵਾ, ਜੇ ਤੈਨੂੰ ਭਾ ਗਿਆ, ਜੇ ਤੈਨੂੰ ਚੰਗਾ ਲੱਗ ਗਿਆ, ਤੇਰੇ ਚੰਗੇ ਲੱਗੇ ਦੇ ਵਿੱਚ ਹੀ ਮੇਰੀ ਖੁਸ਼ੀ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਸ ਕਰਕੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਜੇਕਰ ਰੱਬ ਖੁਸ਼ ਹੈ ਤੇ ਮੈਂ ਹਰ ਥਾਂ ਤੇ ਜਾਣ ਨੂੰ ਤਿਆਰ ਆ, ਪਰ ਵਿਣ ਭਾਣੇ ਜੇ ਤੈਨੂੰ ਚੰਗਾ ਨਹੀਂ ਲੱਗਦਾ ਪਿਆ ਤੇ ਮਹਾਰਾਜ ਕਹਿੰਦੇ ਨੇ ਕਿ ਮੈਂ ਫਿਰ ਤੀਰਥਾਂ ਤੇ ਜਾ ਕੇ ਕੀ ਕਰਾਂਗਾ। ਸੱਚੇ ਪਾਤਸ਼ਾਹ ਮਹਾਰਾਜ ਇੱਕ ਆਰੰਭਤਾ ਵਿੱਚ ਹੋਰ ਵਿਚਾਰ ਦਿੰਦੇ ਆ। ਮਹਾਰਾਜ ਕਹਿੰਦੇ ਨੇ ਸੋਚਿਆ
ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਹੁਣ ਇੱਥੇ ਸੋਚ ਸ਼ਬਦ ਜਿਹੜਾ ਹੈ ਨਾ ਉਹ ਸੋਚ ਤੋਂ ਬਣਿਆ ਹੈ। ਜਿਵੇਂ ਹਿੰਦੀ ਵਿੱਚ ਪੜ੍ਹਦੇ ਆ ਨਾ ਸ਼ੌਚਾਲੇ ਜਾਂ ਪੁਸਤਕਾਲੇ, ਇਹ ਸ਼ਬਦ ਜਿਹੜੇ ਨੇ ਨਾ ਇਹ ਹਿੰਦੀ ਕੋਸ਼ ਦੇ ਨੇ। ਤੇ ਸ਼ੌਚਾਲੇ ਦਾ ਅਰਥ ਹੁੰਦਾ ਹੈ ਜਿੱਥੇ ਇਸ਼ਨਾਨ ਕੀਤਾ ਜਾਵੇ, ਜਿੱਥੇ ਤਨ ਨੂੰ ਸੁੱਚੇ ਕਰਨ ਦੇ ਸਾਧਨ ਹੋਵਣ। ਜਿਵੇਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਆਖਦੇ ਨੇ ਨਾ, ਮਹਾਰਾਜ ਕਹਿੰਦੇ ਨੇ ਕਿ ਸੋਚ ਕਰੇ ਦਿਨਸ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਮਹਾਰਾਜ ਕਹਿੰਦੇ ਇਨਸਾਨ ਜਿਹੜਾ ਹੈ ਨਾ ਉਹ ਸੋਚਦਾ ਹੈ ਕਿ ਸ਼ਾਇਦ ਮੈਂ ਇਹ ਤਨ ਨੂੰ ਧੋਵਾਂਗਾ, ਤਨ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗਾ ਤੇ ਸ਼ਾਇਦ ਰੱਬ ਜਿਹੜਾ ਹੈ ਉਹ ਇਸ ਗੱਲ ਤੇ ਹੀ ਰੀਝ ਪਏਗਾ। ਸੋਚ ਕਰੇ, ਉੱਥੇ ਸੋਚ ਜਿਹੜਾ ਹੈ ਉੱਥੇ ਵੀ ਇਸ਼ਨਾਨ ਹੈ। ਸੋਚ ਕਰੇ ਦਿਨਸ ਅਰ ਰਾਤ। ਸਨਾਤਨ ਦੇ ਵਿੱਚ ਅਕਸਰ ਜਿਹੜੇ ਬ੍ਰਾਹਮਣ ਸਨ ਨਾ, ਉਹਨਾਂ ਨੇ ਸਵੇਰੇ ਤੇ ਸ਼ਾਮ ਨੂੰ ਜਦੋਂ ਮੰਦਿਰਾਂ ਵਿੱਚ ਜਾ ਕੇ ਪੂਜਾ ਕਰਨੀ, ਉਹਨਾਂ ਨੇ ਸਵੇਰੇ ਵੀ ਇਸ਼ਨਾਨ ਕਰ ਲੈਣਾ ਤੇ ਸ਼ਾਮ ਨੂੰ ਵੀ ਇਸ਼ਨਾਨ ਕਰਨਾ। ਤੇ ਉਹਨਾਂ ਨੇ ਗੁਰੂ ਸਾਹਿਬ ਉਹਨਾਂ ਦੀ ਰੌ ਰੀਤੀਆਂ ਦੀ ਗੱਲ ਬਾਣੀ ਦੇ ਵਿੱਚ ਕਰਦੇ ਆ। ਮਹਾਰਾਜ ਪਾਤਸ਼ਾਹ ਕਹਿੰਦੇ ਨੇ ਦੋਏ ਧੋਤੀ ਬਸਤਰ ਕਪਾਟੰਗ, ਦੋ ਧੋਤੀਆਂ ਪਹਿਨਣੀਆਂ, ਇੱਕ ਨੂੰ ਤੇੜ ਬੰਨ ਲੈਣਾ, ਇੱਕ ਨੂੰ ਮੋਢੇ ਤੇ ਰੱਖਣਾ, ਇੱਕ ਕੱਪੜਾ ਸਿਰ ਤੇ ਰੱਖ ਲੈਣਾ। ਤੇ ਮਹਾਰਾਜ ਕਹਿੰਦੇ ਨੇ ਇਹ ਸੀ ਕਿ ਸੋਚ ਕਰੇ ਦਿਨਸ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਮਹਾਰਾਜ ਕਹਿੰਦੇ ਹਾਂ ਨਹਾਉਣਾ ਚੰਗੀ ਗੱਲ ਹੈ। ਜਿੱਥੇ ਨਹਾਉਣ ਦੀ ਗੱਲ ਆਈ ਤੇ ਉੱਥੇ ਮਹਾਰਾਜ ਜੈਨੀਆਂ ਦੀ ਉਦਾਹਰਨ ਵੀ ਦਿੰਦੇ ਨੇ। ਮਹਾਰਾਜ ਕਹਿੰਦੇ ਨੇ ਜੈਨੀ ਇਸ਼ਨਾਨ ਨਹੀਂ ਨਾ ਕਰਦੇ, ਉਹ ਫੋਲ ਫਦੀਹਤ ਮੂੰਹ ਲੈਣ ਪੜਾਸਾਂ, ਪਾਣੀ ਦੇਖ ਸੰਗਾਹੀ। ਉਹਨਾਂ ਨੂੰ ਪਾਣੀ ਦੇਖਦਿਆਂ ਸ਼ਰਮ ਜਿਵੇਂ ਆਉਂਦੀ ਹੋਵੇ, ਉਹ ਪਾਣੀ ਤੋਂ ਦੂਰ ਭੱਜਦੇ ਨੇ। ਉਹ ਮਲੀਨ ਰਹਿ ਕੇ ਖੁਸ਼ ਨੇ, ਉਹ ਮਲੀਨਤਾ ਦੇ ਵਿੱਚ ਰਹਿੰਦੇ ਪਏ ਨੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਇਸ਼ਨਾਨ ਦਾ ਪਰਪਸ ਜਿਹੜਾ ਹੈ, ਇਸ਼ਨਾਨ ਜੇਕਰ ਕਰਦੇ ਪਏ ਉਹਦਾ ਪਰਪਸ ਇਹਨੂੰ ਇਸ ਪਾਸੇ ਨਾ ਜੋੜੋ ਕਿ ਕੱਲਾ ਇਸ਼ਨਾਨ ਕੀਤਿਆਂ ਰੱਬ ਦੀ ਪ੍ਰਾਪਤੀ ਹੈ। ਇਸ਼ਨਾਨ ਸੱਚੇ ਪਾਤਸ਼ਾਹ ਮਹਾਰਾਜ ਇੱਕ ਉਦਾਹਰਨ ਦਿੰਦੇ ਨੇ ਜਪਜੀ ਸਾਹਿਬ ਦੇ ਅੰਦਰ ਹੀ, ਚਲੋ ਪੜ੍ਹਦੇ ਹਾਂ ਆਪਾਂ। ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿ ਭਰੀਏ ਹੱਥ ਪੈਰ ਤਨ ਦੇ। ਹੁਣ ਇੱਥੇ ਇਹ ਬਾਹਰੀ ਸੀ ਕਿਰਿਆ ਜਿਹਨੂੰ ਅਸੀਂ ਇਸ਼ਨਾਨ ਕਰਨਾ ਕਹਿੰਦੇ ਪਏ ਨਾ, ਇਹ ਬਾਹਰੀ ਕਿਰਿਆ ਸੀ ਕਿ ਭਰੀਏ ਹੱਥ ਪੈਰ ਤਨ ਦੇਹ। ਹੁਣ ਤਨ ਤੇ ਦੇਹ ਦੇ ਅਰਥ ਨੇ ਸਰੀਰ, ਹੱਥ ਤੇ ਪੈਰ ਤੇ ਸਰੀਰ। ਜੇਕਰ ਮਿੱਟੀ ਲੱਗ ਜਾਵੇ ਇਹਨਾਂ ਨੂੰ, ਮੈਲੇ ਹੋ ਜਾਣ, ਤੇ ਮਹਾਰਾਜ ਕਹਿੰਦੇ ਨੇ ਪਾਣੀ ਧੋਤੇ ਉਤਰਸ ਖੇਹ, ਤੇ ਪਾਣੀ ਦੇ ਨਾਲ ਇਹਨਾਂ ਨੂੰ ਧੋਵਾਂਗੇ। ਤੇ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਪਾਣੀ ਨਾਲ ਧੋਤਿਆਂ ਉਹ ਮਿੱਟੀ ਲੱਥ ਜਾਂਦੀ ਹੈ ਤੇ ਅੰਗ ਸਾਫ਼ ਹੋ ਜਾਂਦੇ, ਪੈਰ ਸਾਫ਼ ਹੋ ਗਏ, ਹੱਥ ਸਾਫ਼ ਹੋ ਗਏ। ਇਸ਼ਨਾਨ ਕੀਤਾ ਤੇ ਸਰੀਰ ਧੋਤਾ ਗਿਆ। ਪਰ ਮਹਾਰਾਜ ਕਹਿੰਦੇ ਜਦੋਂ ਕੱਪੜੇ ਜਿਹੜੇ ਨੇ ਉਹ ਮਲੀਨ ਹੋ ਜਾਂਦੇ ਨੇ, ਭਰੀਏ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੂਤ ਪਲੀਤੀ ਕੱਪੜ ਹੋਏ। ਕੱਪੜੇ ਜਿਹੜੇ ਨੇ ਉਹ ਮੂਤ ਦੇ ਨਾਲ ਪਲੀਤ ਹੋ ਚੁੱਕੇ ਨੇ, ਵਿਸ਼ਟਾ ਦੇ ਨਾਲ ਪਲੀਤ ਹੋਏ ਨੇ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਏ ਉਹ ਧੋਏ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹੁਣ ਮੈਲਾ ਬਹੁਤਾ ਕੱਪੜਾ ਜਿਹੜਾ ਹੈ ਨਾ ਉਹ ਸਾਬਣ ਦੇ ਨਾਲ ਧੋਤਿਆਂ ਉਹਦੀ ਮਲੀਨਤਾ ਜਾਏਗੀ। ਉਹਦੀ ਮਲੀਨਤਾ ਕੱਲੀ ਪਾਣੀ ਨਾਲ ਨਹੀਂ ਜਾ ਸਕਦੀ। ਅੱਗੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਆਖਦੇ ਆ, ਭਰੀਐ ਮਤ ਪਾਪਾਂ ਕੇ ਸੰਗ, ਤੀਰਥ ਨਾਵਾਂ ਜੇ ਤਿਸ ਭਾਵਾਂ। ਜਦ ਸੋਚ ਕਰੇ ਦਿਨਸ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਹੁਣ ਮਨ ਤੇ ਜੇਕਰ ਸਰੀਰ ਦੇ ਵਿੱਚੋਂ ਲੱਭਣ ਦੀ ਵੀ ਕੋਸ਼ਿਸ਼ ਕਰੋ ਤੇ ਮਨ ਲੱਭਦਾ ਕਿਤੇ ਨਹੀਂ ਆ। ਪਰ ਸਭ ਤੋਂ ਜ਼ਿਆਦਾ ਤਾਕਤਵਰ ਜਿਹੜਾ ਹੈ ਉਹ ਮਨ ਹੀ ਹੈ। ਤੇ ਜਿੰਨੀ ਧਰਮ ਦੀ ਸਾਧਨਾ ਹੈ ਨਾ, ਧਾਰਮਿਕ ਅਸਥਾਨ ਨੇ, ਗੁਰਦੁਆਰੇ ਨੇ ਜਾਂ ਹੋਰ ਬਾਕੀ ਧਰਮਾਂ ਦੇ ਅਸਥਾਨ, ਇਹ ਸਾਰੀ ਸਾਧਨਾ ਜਿਹੜੀ ਆ ਉਹ ਮਨ ਦੇ ਵਾਸਤੇ ਹੈ ਕਿ ਮਨ ਨੂੰ ਕਾਬੂ ਕਿਵੇਂ ਕਰਨਾ, ਸਾਨੂੰ ਮਨ ਕਿਵੇਂ ਪੜ੍ਹਨਾ ਆ ਜੇ। ਮਨ ਪੜ੍ਹਨਾ ਤਾਂ ਆਵੇਗਾ ਜਦੋਂ ਅਸੀਂ ਸੰਗਤ ਵਿੱਚ ਬੈਠਦੇ ਆ ਨਾ ਆ ਕੇ, ਉਹਦਾ ਬਾਹਰ ਤੇ ਪਤਾ ਹੀ ਨਹੀਂ ਲੱਗਦਾ ਸਮਾਂ ਕਿਦੋਂ ਲੰਘ ਗਿਆ, ਕਿਉਂਕਿ ਜੋ ਮਨ ਸੋਚਦਾ ਪਿਆ ਹੈ ਉਹ ਬਾਹਰ ਤੇ ਸਾਰਾ ਕੁਝ ਮਿਲ ਜਾਂਦਾ ਹੈ। ਪਰ ਜਦੋਂ ਅਸੀਂ ਸੰਗਤ ਵਿੱਚ ਆ ਕੇ ਬੈਠਦੇ ਆ, ਉੱਥੇ ਮਨ ਦਾ ਸੁਭਾਅ ਨਹੀਂ ਜੀ ਰਲਦਾ, ਮਨ ਉੱਥੇ ਆ ਕੇ ਟਿਕਣਾ ਨਹੀਂ ਚਾਹੁੰਦਾ। ਗੁਰੂ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਅਮਰਦਾਸ ਜੀ ਨੂੰ ਸਿੱਖਾਂ ਨੇ ਇੱਕ ਵਾਰੀ ਸਵਾਲ ਕੀਤਾ, ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਸਿੱਖ ਤੁਹਾਡੇ ਚਰਨਾਂ ਤੋਂ ਇਵੇਂ ਸਦਕੇ ਜਾਂਦੇ ਨੇ ਜਿਵੇਂ ਫੁੱਲ ਖਿੜਦਾ ਹੈ ਤੇ ਸ਼ਹਿਦ ਦੀਆਂ ਮੱਖੀਆਂ ਜਿਹੜੀਆਂ ਨੇ, ਹਨੀ ਬੀ, ਸ਼ਹਿਦ ਦੀਆਂ ਮੱਖੀਆਂ ਦੂਰੋਂ ਉੱਡ ਕੇ ਆਉਂਦੀਆਂ, ਉਹ ਫੁੱਲਾਂ ਦੇ ਉੱਤੇ ਬੈਠ ਜਾਂਦੀਆਂ, ਫੁੱਲ ਦੇ ਉੱਤੇ ਬੈਠ ਕੇ ਉਹ ਫੁੱਲ ਤੋਂ ਵਿੱਚੋਂ ਰਸ ਚੂਸਦੀਆਂ ਨੇ, ਉਹ ਫੁੱਲ ਦੀ ਸੁਗੰਧੀ ਨੂੰ ਮਹਿਸੂਸ ਕਰਦੀਆਂ ਨੇ, ਉਹ ਫੁੱਲ ਦੀਆਂ ਕੋਮਲ ਪੱਤੀਆਂ ਨੂੰ ਮਹਿਸੂਸ ਕਰਦੀਆਂ ਨੇ।
ਮਹਾਰਾਜ ਸਿੱਖ ਤੁਹਾਡੇ ਚਰਨਾਂ ਵਿੱਚ ਐਵੇਂ ਆ ਕੇ ਸਮਰਪਣ ਹੋ ਜਾਂਦੇ ਆ ਜਿਵੇਂ ਸ਼ਹਿਦ ਦੀਆਂ ਮੱਖੀਆਂ ਫੁੱਲਾਂ ਦੇ ਉੱਤੋਂ ਕੁਰਬਾਨ ਜਾਂਦੀਆਂ ਨੇ। ਤੇ ਮਹਾਰਾਜ ਸੱਚੇ ਪਾਤਸ਼ਾਹ ਇੱਕ ਗੱਲ ਦੱਸੋ ਕਿ ਕੁਝ ਲੋਕ ਐਸੇ ਨੇ ਜਿਹੜੇ ਸੰਗਤ ਵਿੱਚ ਆਉਂਦੇ ਨੇ, ਸੰਗਤ ਦੇ ਵਿੱਚ ਆ ਤੇ ਜਾਂਦੇ ਨੇ, ਪਰ ਉਹ ਬਹਿਣਾ ਨਹੀਂ ਚਾਹੁੰਦੇ। ਪਹਿਲੀ ਗੱਲ, ਉਹ ਆਉਣਾ ਨਹੀਂ ਚਾਹੁੰਦੇ। ਜੇ ਆ ਜਾਣ ਤੇ ਫਿਰ ਉਹ ਬੈਠਣ ਨੂੰ ਤਿਆਰ ਨਹੀਂ ਹੁੰਦੇ। ਸੱਚੇ ਪਾਤਸ਼ਾਹ ਮਹਾਰਾਜ ਇਹਦਾ ਕੀ ਕਾਰਨ? ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਆਖਦੇ ਨੇ ਕਿ ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ, ਉਥੇ ਸੱਚ ਵਰਤਦਾ ਕੂੜਿਆਰਾ ਚਿੱਤ ਉਦਾਸ। ਕੂੜਿਆਰਾ, ਉੱਥੇ ਕਈ ਵਾਰੀ ਪਾਠ ਕੁੜਿਆਰਾ ਕਰ ਦਿੰਦੇ ਨੇ, ਉੱਥੇ ਕੱਕੇ ਨੂੰ ਦੁਲੈਂਕੜਾ ਲੱਗਿਆ ਹੈ। ਕੂੜਿਆਰਾ ਚਿੱਤ ਉਦਾਸ। ਮਹਾਰਾਜ ਕਹਿੰਦੇ ਰੱਬ ਦੀ ਬਾਣੀ ਜਿਹੜੀ ਹੈ ਨਾ, ਇਹ ਸੱਚੀ ਬਾਣੀ ਆ। ਗਾਵੋ ਸੱਚੀ ਬਾਣੀ, ਇਹ ਧੁਰ ਕੀ ਬਾਣੀ ਹੈ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਇਹ ਨਿਰੰਕਾਰ ਦੀ ਬਾਣੀ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਇਹ ਖਸਮ ਕੀ ਬਾਣੀ ਹੈ। ਜੈਸੀ में ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ में ਲਾਲੋ। ਇਹ ਬਾਣੀ ਜਿਹੜੀ ਹੈ ਇਹ ਗੁਰੂ ਸਰੂਪ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਜਾਂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਬਾਣੀ ਗੁਰੂ ਹੈ। ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ, ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਮਹਾਰਾਜ ਕਹਿੰਦੇ ਬਾਣੀ ਜਿਹੜੀ ਹੈ ਇਹ ਸੱਚ ਸਰੂਪ ਹੈ, ਤੇ ਜਿੱਥੇ ਸੱਤ ਹੋਵੇ ਉੱਥੇ ਝੂਠ ਨਹੀਂ ਟਿਕ ਸਕਦਾ। ਦੋ ਚੀਜ਼ਾਂ ਇਕੱਠੀਆਂ ਨਹੀਂ ਕਦੀ ਵੀ ਹੁੰਦੀਆਂ। ਹਨੇਰਾ ਤੇ ਚਾਨਣ ਕਦੀ ਇਕੱਠਾ ਨਹੀਂ ਹੋ ਸਕਦਾ। ਸੱਚ ਤੇ ਝੂਠ ਜਿਹੜਾ ਹੈ ਉਹ ਕਦੀ ਇਕੱਠੇ ਨਹੀਂ ਹੋ ਸਕਦੇ। ਹੁਣ ਪਾਣੀ ਤੇ ਅੱਗ ਜਿਹੜੀ ਉਹ ਕਦੀ ਇਕੱਠੇ ਨਹੀਂ ਹੋ ਸਕਦੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਕਰਕੇ ਜਿਹੜਾ ਸੱਚ ਹੈ ਨਾ, ਉਹਦੇ ਸਾਹਮਣੇ ਝੂਠ ਟਿਕਦਾ ਨਹੀਂ। ਇੱਕ ਵਾਰੀ ਮਸਕੀਨ ਸਾਹਿਬ ਬੜੀ ਸੋਹਣੀ ਉਦਾਹਰਨ ਦਿੰਦੇ ਹੁੰਦੇ ਸੀ। ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਨੇ ਆਖਣਾ, ਉਹਨਾਂ ਨੇ ਕਹਿਣ ਲੱਗੇ ਕਿ ਇੱਕ ਵਾਰੀ ਹਨੇਰਾ ਜਿਹੜਾ ਸੀ ਨਾ, ਉਹ ਰੱਬ ਦੇ ਦਰ ਦੇ ਉੱਤੇ ਚਲੇ ਗਿਆ। ਉਹਨੇ ਜਾ ਕੇ ਰੱਬ ਨੂੰ ਜਾ ਕੇ ਸ਼ਿਕਾਇਤ ਕੀਤੀ। ਕਹਿਣ ਲੱਗਾ, ਜੀ ਮੈਂ ਚਾਨਣ ਤੋਂ ਬੜਾ ਤੰਗ ਆਇਆ ਹੈ। ਮੈਂ ਜਿੱਥੇ ਜਾਣਾ ਇਹ ਮੈਨੂੰ ਭਜਾ ਦਿੰਦਾ ਹੈ, ਮੈਨੂੰ ਮਾਰਦਾ ਪਿਆ ਹੈ। ਮੈਂ ਡਰਦਾ ਉੱਥੋਂ ਭੱਜ ਜਾਣਾ ਹੈ। ਮੈਂ ਚਾਨਣ ਤੋਂ ਬੜਾ ਤੰਗ ਆ, ਸਾਡਾ ਫੈਸਲਾ ਕੋਈ ਕਰੋ। ਕਹਿੰਦੇ ਨੇ ਰੱਬ ਦੇ ਅੱਗੇ ਜਦੋਂ ਉਹਨੇ ਜਾ ਕੇ ਨਾ, ਉਦਾਹਰਨ ਦਿੰਦੇ ਨੇ ਮਸਕੀਨ ਸਾਹਿਬ, ਉਹ ਕਹਿੰਦੇ ਨੇ ਜਦੋਂ ਜਾ ਕੇ ਰੱਬ ਦੇ ਕੋਲ ਜਾ ਕੇ ਸ਼ਿਕਾਇਤ ਕਰਦਾ ਪਿਆ ਹੈ ਨਾ ਹਨੇਰਾ, ਤੇ ਉਹ ਕਹਿੰਦੇ ਹੁਣੇ ਪੁੱਛ ਲੈਨੇ, ਆਪਾਂ ਸੱਦਦੇ ਚਾਨਣ ਨੂੰ। ਕਹਿੰਦੇ ਰੱਬ ਨੇ ਚਾਨਣ ਨੂੰ ਹੁਕਮ ਕੀਤਾ ਕਿ ਭਈ ਇੱਥੇ ਪਹੁੰਚ, ਤੇਰੀ ਸ਼ਿਕਾਇਤ ਆਈ। ਕਹਿੰਦੇ ਜਦੋਂ ਚਾਨਣ ਉੱਥੇ ਗਿਆ ਤੇ ਰੱਬ ਆਖਦਾ ਹੈ ਕਿ ਤੇਰੀ ਸ਼ਿਕਾਇਤ ਹੈ ਕਿ ਹਨੇਰਾ ਕਹਿੰਦਾ ਤੂੰ ਮੈਨੂੰ ਹਰ ਥਾਂ ਤੋਂ ਭਜਾ ਦੇਣਾ ਜਿੱਥੇ ਚਲੇ ਜਾਣਾ ਹੈ। ਤੇ ਅੱਗੋਂ ਚਾਨਣ ਨੇ ਕਿਹਾ ਸੀ, ਪ੍ਰਕਾਸ਼ ਕਹਿੰਦਾ ਮੈਂ ਜਿਹਨੂੰ ਅੱਜ ਤੱਕ ਦੇਖਿਆ ਹੀ ਨਹੀਂ, ਮੈਨੂੰ ਭਜਾਵਾਂਗਾ ਕੀ? ਮੇਰਾ ਉਹਦੇ ਨਾਲ ਕੀ ਵੈਰ? ਮੈਂ ਤੇ ਅੱਜ ਤੱਕ ਹਨੇਰੇ ਨੂੰ ਨਹੀਂ ਦੇਖਿਆ। ਚਾਨਣ ਨੂੰ ਪ੍ਰਕਾਸ਼ ਨੂੰ ਹਨੇਰਾ ਤੇ ਦੇਖਦਾ ਪਿਆ ਏ, ਪਰ ਚਾਨਣ ਕਹਿੰਦਾ ਮੈਂ ਜਿੱਥੇ ਜਾਣਾ ਉੱਥੇ ਹੀ ਪ੍ਰਕਾਸ਼ ਹੁੰਦਾ, ਮੈਂ ਤੇ ਹਨੇਰਾ ਤੱਕਿਆ ਕਦੀ ਨਹੀਂ। ਇਸ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ ਕਿ ਜਿਹੜਾ ਜਿੱਥੇ ਸੱਚ ਹੋਵੇ ਉੱਥੇ ਝੂਠ ਨਹੀਂ ਟਿਕੇਗਾ। ਉੱਥੇ ਸੱਚ ਵਰਤਦਾ ਕੂੜਿਆਰਾ ਚਿੱਤ ਉਦਾਸ। ਜਿਨ੍ਹਾਂ ਦੇ ਮਨ ਦੇ ਵਿੱਚ ਨਿੰਦਿਆ ਚੁਗਲੀ ਝੂਠ ਹੋਵੇ, ਉਹ ਉਸ ਪਾਸੇ ਨੂੰ ਜਾਣਗੇ ਜੀ ਜਿੱਥੇ ਨਿੰਦਿਆ ਚੁਗਲੀ ਵਾਲਾ ਮਾਹੌਲ ਬਣਦਾ ਹੋਵੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕੂੜਿਆਰੀ ਜਾਏ ਰਲੇ। ਜਿਹੜੇ ਜਿਨ੍ਹਾਂ ਦੇ ਮਨ 'ਚ ਝੂਠ, ਉਹ ਝੂਠ ਦੇ ਵਿੱਚ ਜਾ ਕੇ ਬੈਠਦੇ ਨੇ। ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਕਹਿੰਦੇ ਜਿੰਨੇ ਗੁਰੂ ਦੀ ਹਜ਼ੂਰੀ ਵਿੱਚ ਆ ਕੇ ਬੈਠਣਗੇ ਨਾ, ਉਹ ਸਚਿਆਰੇ ਨੇ। ਉਹਨਾਂ ਦਾ ਮਨ ਗੁਰੂ ਦੇ ਚਰਨਾਂ ਵਿੱਚ ਜੁੜਦਾ ਹੈ। ਜਾਂ ਇਹਨੂੰ ਸਤਿਗੁਰੂ ਮਹਾਰਾਜ ਇਵੇਂ ਵੀ ਆਖਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵਡਭਾਗੀ ਹਰ ਸੰਗਤ ਪਾਵੇ। ਉਹਨਾਂ ਦੇ ਕਰਮ ਚੰਗੇ, ਜਿਨ੍ਹਾਂ ਨੇ ਸੰਗਤ ਦੀ ਪ੍ਰਾਪਤੀ ਕੀਤੀ, ਜਿਹੜੇ ਸੰਗਤ ਵਿੱਚ ਆ ਕੇ ਬੈਠੇ। ਭਾਗਹੀਨ ਭ੍ਰਮ ਚੋਟਾਂ ਖਾਵੇ। ਤੇ ਜਿਨ੍ਹਾਂ ਦੇ ਕਰਮ ਮਾੜੇ ਨੇ, ਜਾਂ ਮਹਾਰਾਜ ਕਹਿੰਦੇ ਮਾੜੇ ਕਰਮਾਂ ਦੀ ਨਿਸ਼ਾਨੀ ਆ ਕਿ ਜਿਹੜਾ ਭਾਗਾਂ ਤੋਂ ਹੀਨਾ ਵਾ ਉਹ ਸੰਗਤ ਵਿੱਚ ਨਹੀਂ ਜਾ ਕੇ ਬੈਠਦਾ। ਮਾੜੇ ਭਾਗਾਂ ਦੀ ਨਿਸ਼ਾਨੀ ਆ ਕਿ ਉਹਦੇ ਜੀਵਨ 'ਚੋਂ ਅੰਮ੍ਰਿਤ ਵੇਲਾ ਚਲੇ ਜਾਏਗਾ। ਇਹ ਮਾੜੇ ਕਰਮਾਂ ਜਾਂ ਦਿਨਾਂ ਦੀ ਨਿਸ਼ਾਨੀ ਹੋਏਗੀ ਕਿ ਉਹ ਬਾਣੀ ਤੋਂ ਟੁੱਟ ਜਾਏਗਾ, ਉਹ ਸੰਗਤ ਤੋਂ ਟੁੱਟੇਗਾ, ਉਹ ਗੁਰੂ ਘਰੇ ਜਾਣਾ ਛੱਡ ਬੈਠੇਗਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜਿਵੇਂ ਸਾਨੂੰ ਲੋੜ ਪੈਂਦੀ ਆ ਨਾ, ਤੇ ਲੋੜ ਪੈਣ ਤੇ ਅਸੀਂ ਗੁਰੂ ਨੂੰ ਚੇਤੇ ਕਰਦੇ ਹਾਂ, ਇਵੇਂ ਰੋਜ਼ ਚੇਤੇ ਕਰਿਆ ਕਰੋ। ਗੁਰੂ ਦੇ ਕੋਲ ਆਇਆ ਸੁੱਖ ਪ੍ਰਾਪਤ ਹੁੰਦੇ ਨੇ। ਤੇ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਵਡਭਾਗੀ ਹਰ ਸੰਗਤ ਪਾਵੇ, ਭਾਗਹੀਨ ਭ੍ਰਮ ਚੋਟਾਂ ਖਾਵੇ।
ਬਿਨ ਭਾਗਾਂ ਸਤ ਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀਜੇ ਜੀਓ। ਸੋ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਇਹ ਮਾਲਕ ਜੀ, ਇਹ ਤੇਰੀ ਖੁਸ਼ੀ ਹੈ ਕਿ ਜੇਕਰ ਤੈਨੂੰ ਚੰਗਾ ਲੱਗਦਾ ਹੈ ਤੇ ਮੈਂ ਹਰ ਥਾਂ ਤੇ ਜਾਣ ਨੂੰ ਤਿਆਰ ਹਾਂ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ, ਗੁਰੂ ਰਾਮਦਾਸ ਮਹਾਰਾਜ ਗੁਰਤਾ ਗੱਦੀ ਨੇ ਬੈਠੇ ਹੋਏ ਨੇ ਸੱਚੇ ਪਾਤਸ਼ਾਹ ਮਹਾਰਾਜ, ਤੇ ਉਹਨਾਂ ਦੇ ਰਿਸ਼ਤੇ ਦੇ ਵਿੱਚੋਂ ਲਾਹੌਰੋਂ ਭਾਈ ਸਿਹਾਰੀ ਮੱਲ ਜਿਹੜੇ ਰਿਸ਼ਤੇਦਾਰ ਲੱਗਦੇ ਸੀ ਸੋਢੀਆਂ ਦੇ ਪਰਿਵਾਰ ਦੇ ਵਿੱਚੋਂ। ਹੁਣ ਦੇਖੋ, ਗੁਰੂ ਦੀ ਰਜ਼ਾ ਵਿੱਚ ਸਿੱਖ ਖੁਸ਼ ਹੋਣਾ ਚਾਹੀਦਾ ਹੈ। ਜਿੱਥੇ ਗੁਰੂ ਖੁਸ਼ ਹੈ ਉੱਥੇ ਸਿੱਖ ਖੁਸ਼ ਆ। ਤੇ ਸਿੱਖ ਹਮੇਸ਼ਾ ਹੀ ਇਹ ਕਹਿੰਦਾ ਹੈ ਕਿ ਜਿੱਥੇ ਤੂੰ ਮਾਲਕ ਰੱਖੇਂਗਾ ਮੇਰੇ ਵਾਸਤੇ ਉਹੀ ਸੁੱਖ ਹੈ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਜੀਵਨ 'ਚ ਉਦਾਹਰਨ ਮਿਲਦੀ ਹੈ ਕਿ ਮਹਾਰਾਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਦੇ ਚਰਨਾਂ ਵਿੱਚ ਆ ਕਰਕੇ ਭਾਈ ਸਿਹਾਰੀ ਮੱਲ ਬੇਨਤੀ ਕਰਦੇ ਆ, ਕਹਿਣ ਲੱਗੇ, ਮਹਾਰਾਜ ਧੰਨ ਗੁਰੂ ਰਾਮਦਾਸ ਜੀ, ਭਾਵੇਂ ਰਿਸ਼ਤੇ ਵਿੱਚ ਤੁਸੀਂ ਸਾਡੇ ਭਰਾ ਲੱਗਦੇ ਹੋ, ਜਦੋਂ ਤੁਹਾਡੇ ਪਿਤਾ ਗੁਜਰੇ, ਤੁਹਾਡੀ ਮਾਤਾ ਗੁਜਰੀ, ਅਸੀਂ ਸੋਢੀਆਂ ਨੇ ਤੁਹਾਨੂੰ ਸਾਂਭਿਆ ਨਹੀਂ। ਇਹ ਵੀ ਤਾਂ ਹੋ ਸਕਦਾ ਸੀ ਨਾ ਕਿ ਜਿੱਥੇ ਅਸੀਂ ਰੋਟੀ ਖਾਣੀ ਹੈ ਉੱਥੇ ਤੁਹਾਨੂੰ ਵੀ 2-4 ਫੁਲਕੇ ਤੁਸੀਂ ਖਾ ਲਿਆ ਕਰਦੇ ਹੋ। ਸਰੀਰ ਤੇ ਪਹਿਨਣ ਵਾਸਤੇ 2 ਜੋੜੀ ਕੱਪੜੇ ਚਾਹੀਦੇ ਸੀ ਨਾ, ਉਹ ਵੀ ਸਰ ਸਕਦਾ ਸੀ। ਪਰ ਸੱਚੇ ਪਾਤਸ਼ਾਹ ਮਹਾਰਾਜ, ਅਸੀਂ ਬੜਾ ਵੱਡਾ ਗੁਨਾਹ ਕੀਤਾ, ਅਸੀਂ ਤੁਹਾਨੂੰ ਸਾਂਭਿਆ ਨਹੀਂ, ਤੁਸੀਂ ਅਨਾਥ ਹੋ ਕੇ ਲਾਹੌਰ ਨੂੰ ਛੱਡ ਦਿੱਤਾ, ਨਾਨੀ ਦੇ ਨਾਲ ਬਾਸਰ ਕੇ ਚਲੇ ਗਏ। ਨਾਨੀ ਨੇ ਵੀ ਅਖੀਰ ਸਾਥ ਛੱਡਿਆ। ਪਰ ਸੱਚੇ ਪਾਤਸ਼ਾਹ ਮਹਾਰਾਜ, ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣੀ ਭੁੱਲ ਬਖਸ਼ਾ ਲਈਏ। ਗੁਰੂ ਦਾ ਹੁਕਮ ਕਿਵੇਂ ਮੰਨੀਦਾ ਹੈ? ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਸਾਡੇ ਮਨ ਦੇ ਵਿੱਚ ਤੁਹਾਡੇ ਵਾਸਤੇ ਕੋਈ ਗੁੱਸਾ ਗਿਲਾ ਨਹੀਂ ਆ, ਸਾਡੇ ਮਨ ਦੇ ਵਿੱਚ ਕੋਈ ਗਿਲਾ ਨਹੀਂ। ਸੱਚੇ ਪਾਤਸ਼ਾਹ ਮਹਾਰਾਜ ਨੇ ਜਦੋਂ ਆਖਿਆ, ਉਹ ਪਰ ਕਹਿੰਦਾ ਨਹੀਂ, ਸਾਡੇ ਮਨ ਦੇ ਵਿੱਚ ਇਹ ਮਹਿਸੂਸ ਅਸੀਂ ਕਰਦੇ ਹਾਂ ਕਿ ਜੇਕਰ ਤੁਹਾਡੇ ਮਨ ਦੇ ਵਿੱਚ ਗਿਲਾ ਨਹੀਂ ਤਾਂ ਫਿਰ ਇੱਕ ਕੰਮ ਕਰੋ, ਮੇਰੇ ਪੁੱਤਰ ਦੀ ਸ਼ਾਦੀ ਅਤੇ ਤੁਸੀਂ ਉਸ ਸ਼ਾਦੀ ਵਿੱਚ ਸ਼ਾਮਲ ਹੋਵੋ। ਗੁਰੂ ਰਾਮਦਾਸ ਮਹਾਰਾਜ ਨੂੰ ਸਿਹਾਰੀ ਮੱਲ ਨੇ ਕਿਹਾ, ਮੇਰੇ ਪੁੱਤਰ ਦੀ ਸ਼ਾਦੀ ਵਿੱਚ ਸ਼ਾਮਲ ਹੋਵੋ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਸਿਹਾਰੀ ਮੱਲ ਜੀ, ਅਸੀਂ ਤੁਹਾਡੇ ਪੁੱਤਰ ਦੀ ਸ਼ਾਦੀ ਵਿੱਚ ਸ਼ਾਮਲ ਨਹੀਂ ਹੋਣਾ। ਇਹ ਇਸ ਕਰਕੇ ਨਹੀਂ ਕਿ ਅਸੀਂ ਕੋਈ ਗੁੱਸਾ ਗਿਲਾ ਹੈ ਤੁਹਾਡੇ ਨਾਲ। ਮਹਾਰਾਜ ਕਹਿੰਦੇ ਨੇ, ਇਸ ਕਰਕੇ ਕਿ ਜੇ ਅਸੀਂ ਲਾਹੌਰ ਆਵਾਂਗੇ ਤੁਹਾਡੇ ਘਰੇ ਤੇ ਬਹੁਤ ਸੰਗਤ ਨਾਲ ਆਵੇਗੀ, ਤੁਹਾਨੂੰ ਸਾਂਭਣ 'ਚ ਮੁਸ਼ਕਲ ਆਵੇਗੀ, ਫਿਰ ਤੁਸੀਂ ਸਾਨੂੰ ਬਰਾਤ ਵਿੱਚ ਲੈ ਕੇ ਜਾਓਗੇ। ਜਦੋਂ ਬਰਾਤ ਵਿੱਚ ਲੈ ਕੇ ਜਾਓਗੇ ਤੇ ਲੜਕੀ ਵਾਲਿਆਂ ਦੇ ਉੱਤੇ ਵੀ ਬੋਝ ਪਵੇਗਾ। ਹੁਣ ਲੜਕੀ ਵਾਲਿਆਂ ਦੇ ਉੱਤੇ ਜੇਕਰ ਬੋਝ ਪੈਂਦਾ ਹੈ ਫਿਰ ਸਾਨੂੰ ਚੰਗਾ ਨਹੀਂ ਲੱਗਣਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਇਸ ਕਰਕੇ ਅਸੀਂ ਨਹੀਂ ਆਉਣਾ। ਸਿਹਾਰੀ ਮੱਲ ਕਹਿੰਦੇ, ਮਹਾਰਾਜ ਜੇ ਤੁਸੀਂ ਨਹੀਂ ਆ ਸਕਦੇ ਤੇ ਤੁਹਾਡੇ 3 ਪੁੱਤਰ ਨੇ, 3 ਪੁੱਤਰਾਂ ਚੋਂ ਕਿਸੇ ਇੱਕ ਨੂੰ ਭੇਜ ਦਿਓ। ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਹਾਂ ਇਸ ਤਰ੍ਹਾਂ ਹੋ ਸਕਦਾ ਹੈ ਕਿ ਗੁਰੂ ਦੀ ਰਜ਼ਾ ਵਿੱਚ ਰਹਿਣਾ ਕਿਵੇਂ ਆ, ਜੋ ਗੁਰੂ ਕਹਿ ਦਵੇ ਉਹਨੂੰ ਮੰਨ ਲੈਣ ਦੇ ਵਿੱਚ ਖੁਸ਼ੀ ਆ। ਸੱਚੇ ਪਾਤਸ਼ਾਹ ਮਹਾਰਾਜ ਨੇ ਜਿਹੜਾ ਆਪਣੇ ਸਭ ਤੋਂ ਵੱਡਾ ਪੁੱਤਰ ਹੈ ਬਾਬਾ ਪਿਰਥੀ ਚੰਦ, ਉਹਨੂੰ ਸੱਦਿਆ, ਕਹਿਣ ਲੱਗੇ, ਬੇਟਾ ਪਿਰਥੀ ਚੰਦ, ਸਿਹਾਰੀ ਮੱਲ ਦੇ ਪੁੱਤਰ ਦੀ ਸ਼ਾਦੀ ਹੈ ਤੇ ਤੁਸੀਂ ਲਾਹੌਰ ਚਲੇ ਜਾਓਗੇ? ਪਿਰਥੀ ਚੰਦ ਨੇ ਇੱਕਦਮ ਇਨਕਾਰ ਕਰ ਦਿੱਤਾ, ਕਹਿਣ ਲੱਗਾ, ਨਹੀਂ ਜੀ, ਮੈਂ ਨਹੀਂ ਜਾਵਾਂਗਾ। ਜੇ ਮੈਂ ਚਲੇ ਗਿਆ ਤੇ ਪਿੱਛੋਂ ਹਰਿਮੰਦਰ ਸਾਹਿਬ ਜਾਂ ਸਾਰਾ ਅੰਮ੍ਰਿਤਸਰ ਦਾ ਪ੍ਰਬੰਧ ਜਿਹੜਾ ਹੈ ਨਾ, ਉਹ ਕੌਣ ਸੰਭਾਲੇਗਾ? ਇੰਨੀ ਕਾਰ ਸੇਵਾ ਆਉਂਦੀ ਏ, ਇੰਨੀ ਭੇਟਾ ਆਉਂਦੀ ਪਈ ਏ, ਦਸਵੰਧ ਲੈ ਕੇ ਸੰਗਤ ਆਉਂਦੀ ਏ, ਜਿਹੜੇ ਮਸੰਦ ਨੇ ਉਹ ਭੇਟਾ ਇਕੱਠੀ ਕਰਕੇ ਆਉਂਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਇਨਕਾਰ ਕਰ ਦਿੱਤਾ ਪਿਰਥੀ ਚੰਦ ਨੇ। ਦੂਸਰਾ ਪੁੱਤਰ ਬਾਬਾ ਮਹਾਦੇਵ, ਉਹਨਾਂ ਨੂੰ ਸਤਿਗੁਰੂ ਮਹਾਰਾਜ ਜੀ ਬੁਲਾਉਂਦੇ ਨੇ ਤੇ ਕਹਿਣ ਲੱਗੇ, ਬੇਟਾ ਮਹਾਦੇਵ ਤੁਸੀਂ ਜਾਓਗੇ? ਉਹਨੇ ਵੀ ਇਨਕਾਰ ਕਰ ਦਿੱਤਾ, ਕਿਉਂਕਿ ਬਾਬਾ ਮਹਾਦੇਵ ਜਿਹੜੇ ਸਨ ਨਾ, ਉਹ ਵਿਰਾਗੀ ਦੇ ਸੁਭਾਅ ਦੇ ਸਨ। ਉਹਨਾਂ ਨੂੰ ਕਹਿੰਦੇ, ਮੈਂ ਦੁਨੀਆ ਤੋਂ ਕੀ ਲੈਣਾ, ਨਾਲੇ ਕਿਹੜੀਆਂ ਰਿਸ਼ਤੇਦਾਰੀਆਂ। ਸੱਚੇ ਪਾਤਸ਼ਾਹ ਮਹਾਰਾਜ ਤੀਸਰੇ ਪੁੱਤਰ ਗੁਰੂ ਅਰਜਨ ਦੇਵ ਮਹਾਰਾਜ ਨੂੰ ਗੁਰੂ ਰਾਮਦਾਸ ਜੀ ਨੇ ਸੱਦਿਆ, ਕਹਿਣ ਲੱਗੇ, ਬੇਟਾ ਅਰਜਨ ਦੇਵ ਤੁਸੀਂ ਜਾਓਗੇ ਲਾਹੌਰ? ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਹੱਥ ਜੋੜ ਕੇ ਗੁਰੂ ਰਾਮਦਾਸ ਮਹਾਰਾਜ ਅੱਗੇ ਆਖਦੇ ਨੇ, ਸੱਚੇ ਪਾਤਸ਼ਾਹ ਪਿਤਾ ਜੀ, ਤੁਸੀਂ ਅੱਜ ਸ਼ਾਦੀ ਖੁਸ਼ੀ ਵਿੱਚ ਸ਼ਾਮਲ ਹੋਣ ਵਾਸਤੇ ਮੈਨੂੰ ਭੇਜ ਰਹੇ ਹੋ। ਜੇਕਰ ਤੁਸੀਂ ਸਿਰ ਦੇਣ ਵਾਸਤੇ ਵੀ ਲਾਹੌਰ ਭੇਜ ਦਿੰਦੇ ਮੈਂ ਤਾਂ ਵੀ ਇਨਕਾਰ ਨਹੀਂ ਸੀ ਕਰਨਾ। ਜੋ ਤੁਧ ਭਾਵੇਂ ਸਾਈ ਭਲੀ ਕਾਰ। ਮਹਾਰਾਜ ਕਹਿੰਦੇ ਨੇ, ਕੱਲਾ ਦੇਖੋ ਤੀਰਥਾਂ ਤੇ ਨਹਾਉਣ ਦੇ ਨਾਲ ਕੁਝ ਨਹੀਂ ਬਣਨਾ। ਤੀਰਥਾਂ ਤੇ ਜਾਂਦੇ ਹੋ, ਉੱਥੇ ਜਾ ਕੇ ਉਹਦਾ ਜੋ ਉੱਥੋਂ ਦਾ ਇਤਿਹਾਸ ਹੈ ਜਾਂ ਉੱਥੇ ਜੋ ਸਾਨੂੰ ਉਪਦੇਸ਼ ਮਿਲਦਾ ਹੈ, ਕੱਲਾ ਬਾਹਰੀ ਤੌਰ ਤੇ ਇਸ਼ਨਾਨ ਦੇ ਨਾਲ ਜੁੜਿਆ ਨਹੀਂ ਹੋਣਾ।
ਭਗਤ ਕਬੀਰ ਸਾਹਿਬ ਕਹਿੰਦੇ ਨੇ ਕਿ ਬਾਹਰੋਂ ਧੋਤੀ ਤੂੰਬੜੀ ਅੰਦਰ ਵਿਸ ਨਕੋਰ। ਕਹਿੰਦੇ ਨੇ ਕਿ ਤੂੰਬੜੀ ਜਿਹੜੀ ਹੁੰਦੀ ਆ ਨਾ, ਉਹ ਉਦਾਹਰਨ ਸਾਖੀ ਵਿਦਵਾਨ ਉੱਥੇ ਲਿਖਦੇ ਆ ਕਿ ਪੰਡਤ ਲੋਕ ਜਿਹੜੇ ਸਨ ਉਹ ਗੰਗਾ ਤੇ ਤੀਰਥ ਇਸ਼ਨਾਨ ਤੇ ਚੱਲੇ ਸੀ। ਭਗਤ ਕਬੀਰ ਸਾਹਿਬ ਮਿਲ ਪਏ ਰਸਤੇ 'ਚ, ਉਹਨਾਂ ਰੋਕ ਕੇ ਪੁੱਛਿਆ, ਕਹਿਣ ਲੱਗੇ ਕਿੱਥੇ ਚੱਲੇ ਹੋ? ਕਹਿਣ ਲੱਗੇ ਜੀ ਅਸੀਂ ਤੀਰਥਾਂ ਤੇ ਨਹਾਉਣ ਵਾਸਤੇ ਚੱਲੇ ਆ। ਤੇ ਭਗਤ ਕਬੀਰ ਸਾਹਿਬ ਕਹਿੰਦੇ ਆ ਮੇਰੀ ਤੂੰਬੜੀ ਜਿਹੜੀ ਆ ਨਾ, ਉਹ ਕਮੰਡਲ ਬਣਾਉਂਦੇ ਸੀ ਪਹਿਲੋਂ ਤੂੰਬੜੀ ਦਾ। ਕਹਿੰਦੇ ਆ ਤੂੰਬੜੀ ਜਿਹੜੀ ਆ ਇਹਦਾ ਇਸ਼ਨਾਨ ਕਰਕੇ ਲੈ ਆਇਓ ਤੇ ਇਹਦੇ 'ਚ ਜਲ ਭਰ ਲਿਆਇਓ ਗੰਗਾ ਦਾ। ਉਹ ਪੰਡਤ ਜਿਹੜੇ ਸੀ ਉਹਨਾਂ ਨੇ ਇਸ਼ਨਾਨ ਕੀਤਾ ਤੇ ਤੁਰ ਲੱਗਿਆ, ਯਾਦ ਆ ਗਿਆ ਕਿ ਕਬੀਰ ਕਹਿੰਦਾ ਸੀ ਕਿ ਮੇਰੀ ਤੂੰਬੜੀ ਨੂੰ ਵੀ ਇਸ਼ਨਾਨ ਕਰਾ ਕੇ ਤੇ ਇਹਦੇ ਜਲ ਭਰ ਕੇ ਲੈ ਆਇਓ। ਉਹਨਾਂ ਨੇ ਉਹ ਤੂੰਬੜੀ ਨੂੰ ਉਹ ਗੰਗਾ ਜਲ ਦੇ ਵਿੱਚ ਇਸ਼ਨਾਨ ਕਰਾਇਆ ਤੇ ਉਹਨੂੰ ਭਰ ਲਿਆ। ਉਹ ਵਾਪਸ ਜਦੋਂ ਲੈ ਕੇ ਆਏ ਤੇ ਵਾਪਸ ਲਿਆ ਕਰਕੇ ਉਹ ਤੂੰਬੜੀ ਜਦੋਂ ਸੀ ਉਹ ਭਗਤ ਕਬੀਰ ਸਾਹਿਬ ਜੀ ਨੂੰ ਦਿੱਤੀ। ਭਗਤ ਕਬੀਰ ਸਾਹਿਬ ਉਹਨਾਂ ਨੇ ਤੂੰਬੜੀ ਨੂੰ ਥੋੜਾ ਜਿਹਾ ਤੋੜਿਆ ਤੇ ਉਹਨੂੰ ਚਖਿਆ ਤੇ ਉਹਦਾ ਸਵਾਦ ਕੌੜਾ ਸੀ। ਕਹਿਣ ਲੱਗੇ ਪੰਡਤ ਜੀ ਆ ਤੂੰਬੜੀ ਜਿਹੜੀ ਤੁਸੀਂ ਲੈ ਕੇ ਆਇਓ ਇਹਦਾ ਸਵਾਦ ਤੇ ਕੌੜਾ ਅਜੇ ਵੀ। ਕਹਿਣ ਲੱਗੇ ਕਿਉਂ? ਕਹਿਣ ਲੱਗੇ ਤੁਸੀਂ ਗੰਗਾ 'ਚ ਇਸ਼ਨਾਨ ਕਰਾਇਆ, ਕੀ ਇਹਦਾ ਸਵਾਦ ਨਹੀਂ ਸੀ ਬਦਲਣਾ ਚਾਹੀਦਾ? ਉਹ ਕਹਿੰਦੇ ਨਹੀਂ, ਗੰਗਾ ਦੇ ਵਿੱਚ ਇਸ਼ਨਾਨ ਕੀਤਾ, ਇਹਨੂੰ ਧੋਇਆ, ਬਾਹਰੋਂ ਅੰਦਰੋਂ ਧੋ ਦਿੱਤਾ, ਇਹਦਾ ਸਵਾਦ ਕਿਵੇਂ ਬਦਲਦਾ? ਪੰਡਤਾਂ ਨੂੰ ਭਗਤ ਕਬੀਰ ਸਾਹਿਬ ਜੀ ਆਖਦੇ ਨੇ ਬਿਲਕੁਲ ਇਸੇ ਤਰ੍ਹਾਂ ਤੁਸੀਂ ਕੇਵਲ ਗੰਗਾ ਦੇ ਬਾਹਰੀ ਇਸ਼ਨਾਨ ਕਰਦੇ ਪਏ ਹੋ, ਮਨ ਨੂੰ ਧੋਣ ਦਾ ਯਤਨ ਨਹੀਂ ਕਰਦੇ। ਹਾਲਾਂਕਿ ਤੀਰਥਾਂ ਦਾ ਖੰਡਨ ਨਹੀਂ ਬਾਣੀ ਦੇ ਵਿੱਚ ਕਰਦੇ ਮਹਾਰਾਜ। ਭਗਤ ਕਬੀਰ ਸਾਹਿਬ ਉਹ ਕਹਿੰਦੇ ਨੇ ਕਿ ਕਹੋ ਕਬੀਰ ਹੋ ਭਇਆ ਉਦਾਸ, ਤੀਰਥ ਵੱਡਾ ਕਿ ਹਰਿ ਕਾ ਦਾਸ। ਕਹਿਣ ਲੱਗੇ ਇਹ ਗੱਲ ਦੱਸੋ ਕਿ ਤੀਰਥ ਵੱਡਾ ਹੈ ਕਿ ਹਰੀ ਦਾ ਦਾਸ ਵੱਡਾ ਹੈ? ਇਹ ਇੱਕ ਸਵਾਲ ਵੀ ਹੈ ਤੇ ਇਸੇ ਸਵਾਲ ਦੇ ਵਿੱਚ ਉੱਤਰ ਵੀ ਹੈ ਨਾਲ ਹੀ ਇਸੇ ਪੰਕਤੀ ਦੇ ਵਿੱਚ। ਕਹੋ ਕਬੀਰ ਹੋ ਭਇਆ ਉਦਾਸ। ਭਗਤ ਕਬੀਰ ਸਾਹਿਬ ਕਹਿੰਦੇ ਮੈਂ ਉਦਾਸ ਹੋ ਗਿਆ ਦੇਖ ਕੇ, ਜਾਂ ਮੇਰੇ ਮਨ ਦੇ ਵਿੱਚ ਇਹ ਉਦਾਸੀ ਹੈ ਕਿ ਤੀਰਥ ਵੱਡਾ ਹੈ ਕਿ ਹਰੀ ਦਾ ਦਾਸ ਵੱਡਾ ਹੈ। ਕਹੋ ਕਬੀਰ ਹੋ ਭਇਆ ਉਦਾਸ, ਤੀਰਥ ਵੱਡਾ ਕਿ ਹਰਿ ਕਾ ਦਾਸ। ਤੇ ਨਾਲ ਹੀ ਇਹਦੇ ਵਿੱਚ ਉੱਤਰ ਹੈ ਇਸੇ ਪੰਕਤੀ ਨੂੰ ਸਿਰਫ ਵਿਸ਼ਰਾਮ ਲਾਉਣ ਦੇ ਨਾਲ, ਤੀਰਥ ਵੱਡਾ ਕਿ ਹਰਿ ਕਾ ਦਾਸ। ਹਰੀ ਦਾ ਦਾਸ ਵੱਡਾ ਹੈ ਤੇ ਦਾਸਾਂ ਦੇ ਕਰਕੇ ਹੀ ਤੀਰਥ ਬਣਦੇ ਆ। ਹੁਣ ਦੇਖੋ ਸਤਿਗੁਰੂ ਮਹਾਰਾਜ ਪਾਤਸ਼ਾਹ ਜਿਹੜੀ ਆਰੰਭਤਾ ਕਰਦੇ ਆ, ਧਨਾਸਰੀ ਮਹੱਲਾ ਪਹਿਲਾ ਸ਼ੰਤ। ਇਹ ਰਾਗ ਜਿਹੜਾ ਹੈ ਇਹ ਧਨਾਸਰੀ ਹੈ ਤੇ ਮਹੱਲੇ ਪਹਿਲੇ ਤੋਂ ਭਾਵ ਕਿ ਗੁਰੂ ਨਾਨਕ ਦੇਵ ਮਹਾਰਾਜ ਉਚਾਰਨ ਕਰਨ ਵਾਲੇ ਨੇ ਇਹ ਬਚਨ, ਤੇ ਸ਼ੰਤ ਰੂਪ ਦੇ ਵਿੱਚ ਇਹ ਜਿਹੜੀ ਹੈ ਬਾਣੀ ਉਚਾਰਨ ਕੀਤੀ ਗਈ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿਹੜਾ ਛੋਟੇ ਰੂਪ ਦੇ ਵਿੱਚ ਜਾਂ ਸੰਖੇਪ ਰੂਪ ਦੇ ਵਿੱਚ ਇੱਥੇ ਮੂਲ ਮੰਤਰ ਦਰਜ ਕੀਤਾ। ਮਹਾਰਾਜ ਕਹਿੰਦੇ ਨੇ ਇੱਕ ਓੰਕਾਰ, ਕਿ ਉਹ ਪ੍ਰਮਾਤਮਾ ਜਿਹੜਾ ਹੈ ਉਹ ਇੱਕ ਹੈ, ਉਹਦੇ ਤੋਂ ਹੀ ਉਤਪਤੀ ਹੈ, ਉਹਦੇ ਤੋਂ ਹੀ ਨਾਸ਼ ਹੈ, ਉਹਦੇ ਤੋਂ ਹੀ ਪਾਲਣ ਪੋਸ਼ਣ ਹੈ। ਮਹਾਰਾਜ ਇਹਨੂੰ ਕਹਿੰਦੇ ਨੇ ਕਿ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀਏ ਕਰ ਆਸਨ ਡਿਠੋ ਚਾਓ। ਦਾਤਾ ਕਰਤਾ ਆਪ ਤੂੰ, ਤੁਸ ਦੇਵੇ ਕਰੇ ਪਸਾਓ, ਤੂੰ ਜਨੋਈ ਸਭਸੇ ਦੇ ਲੈਸੇ ਜਿੰਦ ਕਵਾਓ ਕਰ ਆਸਨ ਡਿਠੋ ਚਾਓ। ਕਿ ਜਿੰਦ ਦੇਣ ਵਾਲਾ, ਪਾਲਨ ਕਰਨ ਵਾਲਾ, ਰਿਜ਼ਕ ਦੇਣ ਵਾਲਾ ਤੇ ਅਖੀਰ ਤੇ ਉਹਦੀ ਜਾਨ ਕੱਢ ਕੇ ਆਪਣੇ ਵਿੱਚ ਸਮਾਉਣ ਵਾਲਾ ਤੂੰ ਇੱਕੋ ਹੀ ਹੈ। ਇੱਕ ਓੰਕਾਰ। ਕਾਰ ਜਿਹੜੀ ਹੈ ਉਹਦੇ ਅਰਥ ਹੁੰਦੇ ਨੇ ਲਗਾਤਾਰ ਜਿਹੜਾ ਕੰਮ ਚੱਲਦਾ ਪਿਆ, ਕੰਟੀਨਿਊ, ਜਿਹੜਾ ਕੰਮ ਰੁਕਦਾ ਨਹੀਂ ਆ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਹੇ ਪ੍ਰਮਾਤਮਾ, ਇਹ ਜਿਹੜਾ ਤੇਰਾ ਪ੍ਰੋਸੈਸ ਹੈ ਕਿ ਹੁਕਮੀ ਹੋਵਨ ਆਕਾਰ, ਇਹ ਜਿਹੜਾ ਹੁਕਮ ਦੇ ਵਿੱਚ ਤੂੰ ਆਕਾਰ ਬ੍ਰਹਿਮੰਡ ਪੈਦਾ ਕੀਤੇ ਆ, ਇਹ ਹੁਕਮ ਦੇ ਵਿੱਚ ਜਿਹੜੇ ਪੈਦਾ ਹੋਇਆ ਸੰਸਾਰ ਬ੍ਰਹਿਮੰਡ ਜੋ ਅਸੀਂ ਦੇਖਦੇ ਆ, ਇਹ ਤੇਰੀ ਕਾਰ ਹੈ ਔਰ ਇਹ ਕਾਰ ਨੂੰ ਤੂੰ ਲਗਾਤਾਰ ਚਲਾਉਂਦਾ ਪਿਆ ਹੈ। ਅਸੀਂ ਦੇਖਦੇ ਹਾਂ ਨਾ ਕਿ ਕਿੰਨੇ ਜੀਵ ਜੰਤ, ਮਨੁੱਖ, ਪਸ਼ੂ, ਪੰਛੀ ਸੰਸਾਰ ਦੇ ਵਿੱਚ ਆਉਂਦੇ ਪਏ ਨੇ ਤੇ ਸੰਸਾਰ ਤੋਂ ਤੁਰੇ ਜਾਂਦੇ ਪਏ ਨੇ। ਕੋਈ ਆ ਰਿਹਾ ਹੁੰਦਾ ਹੈ, ਕੋਈ ਜਾ ਰਿਹਾ ਹੁੰਦਾ ਹੈ। ਸੋ ਮਹਾਰਾਜ ਪਾਤਸ਼ਾਹ ਕਹਿੰਦੇ ਇਹ ਤੇਰੀ ਕਾਰ ਹੈ, ਉਤਪਤੀ ਤੇਰੀ ਕਾਰ ਹੈ। ਇੱਕ ਇਹਨੂੰ ਕਹਿੰਦੇ ਨੇ ਕਿ ਸਿਰਜਨ ਵਸਿਰਜਨ ਤੇ ਪੁਨਰ ਸਿਰਜਨ। ਇੱਕ ਹੈ ਸਿਰਜਣਾ, ਇੱਕ ਹੈ ਵਿਸਰਜਨ ਹੋਣਾ, ਦੂਸਰਾ ਫਿਰ ਹੈ ਪੁਨਰ ਵਿਸਰਜਨ। ਸਿਰਜਨ ਤੋਂ ਭਾਵ ਹੈ ਕਿ ਤੂੰ ਜੀਵਾਂ ਨੂੰ ਆਪ ਭੇਜਦਾ ਹੈ ਸੰਸਾਰ ਦੇ ਵਿੱਚ, ਆਪ ਪੈਦਾ ਕਰਦਾ ਹੈ। ਵਿਸਰਜਨ ਤੋਂ ਭਾਵ ਹੈ ਕਿ ਤੂੰ ਉਹਨਾਂ ਨੂੰ ਆਪ ਫਿਰ ਖਿੱਚ ਲੈਣਾ ਉਹਨਾਂ ਦੀ ਜੋਤ ਵਿੱਚੋਂ,
ਤੂੰ ਆਤਮਾ ਬਾਹਰ ਕੱਢ ਦੇਣਾ ਹੈ, ਖਤਮ ਹੋ ਜਾਂਦੇ ਨੇ ਜੀਵ, ਆਪਣੇ ਵਿੱਚ ਤੂੰ ਸਾਰਾ ਇਹ ਪਰਮਾਤਮਾ ਦਾ ਹੁਕਮ ਆ ਜੀ। ਜੋ ਇੱਥੇ ਅਸੀਂ ਉਤਪਤੀ ਦੇਖਦੇ ਹਾਂ, ਖੰਡ ਬ੍ਰਹਿਮੰਡ ਦੇਖਦੇ ਹਾਂ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਏ। ਸੋ ਮਹਾਰਾਜ ਪਾਤਸ਼ਾਹ ਕਹਿੰਦੇ ਪਏ ਨੇ ਕਿ ਇਹ ਜਿਹੜਾ ਕੀਤਾ ਪਸਾਓ, ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ। ਇਹ ਲੱਖਾਂ ਦਰਿਆ ਜਿਹੜੇ ਨੇ ਇਹ ਤੇਰੇ ਇੱਕ ਹੁਕਮ ਦੇ ਵਿੱਚ ਚੱਲਦੇ ਪਏ ਨੇ। ਪਰ ਜਿੱਦਣ ਤੇਰੀ ਮੌਜ ਹੁੰਦੀ ਆ, ਤੂੰ ਇਹਨੂੰ ਵਿਸਰਜਨ ਕਰ ਲੈਣਾ ਹੈ, ਭਾਵ ਕਿ ਇਕੱਠਿਆਂ ਕਰ ਲੈਣਾ ਹੈ, ਤੂੰ ਇਹਨੂੰ ਇਕੱਠਿਆਂ ਕਰ ਲੈਣਾ ਹੈ। ਜਬ ਉਦ ਕਰਖ ਕਰਾਂ ਕਰਤਾਰਾ ਪ੍ਰਜਾ ਤਰਤਬ ਏਕ ਆਕਾਰਾ, ਜਬ ਆ ਕਰਖ ਕਰਤ ਹੂੰ ਕਬਹੂ ਤੁਮ ਮੈਂ ਮਿਲਤ ਦੇ ਸਰ ਤਰ ਸਭ ਹੂੰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਤੇਰਾ ਪਸਾਰਾ, ਇਹ ਤੇਰੀ ਖੇਡ ਹੈ, ਤੇ ਇਹ ਖੇਡ ਨੂੰ ਜਦੋਂ ਤੂੰ ਸਮੇਟਦਾ ਸਾਰਾ ਕੁਝ ਤੇਰੇ ਵਿੱਚ ਆ ਕੇ ਸਮਾ ਜਾਂਦਾ। ਫਿਰ ਅੱਗੇ ਮਹਾਰਾਜ ਕਹਿੰਦੇ ਨੇ ਪੁਨਰ ਵਿਸਰਜਨ, ਤੇ ਬੜਾ ਚਿਰ ਤੂੰ ਭਾਵੇਂ ਅਰਬਦ ਨਰਬਦ ਧੁੰਦੂਕਾਰਾ ਤੂੰ ਸੁੰਨ ਰੂਪ ਦੇ ਵਿੱਚ ਰਹਿੰਦਾ ਹੋਵੇਂ, ਪਰ ਜਦੋਂ ਤੇਰੀ ਮੌਜ ਆਉਂਦੀ ਤੂੰ ਫਿਰ ਇਹ ਪਸਾਰਾ ਫਿਰ ਬਣਾ ਦੇਣਾ ਹੈ। ਇਹਨੂੰ ਮਹਾਰਾਜ ਬਾਣੀ ਵਿੱਚ ਆਖਦੇ ਆ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਸ਼ਬਦੇ ਉਤਪਤ ਪਰਲੋ ਹੋਵੇ। ਸ਼ਬਦ ਦੇ ਨਾਲ ਹੀ ਮਹਾਰਾਜ ਕਹਿੰਦੇ ਉਤਪਤੀ ਹੈ, ਸ਼ਬਦ ਦੇ ਨਾਲ ਫਿਰ ਪਰਲੋ, ਪਰਲੋ ਤੋਂ ਭਾਵ ਕਿ ਸਭ ਕੁਝ ਤੈਸ ਨੈਸ ਹੋ ਜਾਣਾ, ਖਤਮ ਕਰ ਦੇਣਾ। ਸ਼ਬਦੇ ਉਤਪਤ ਪਰਲੋ ਹੋਵੇ, ਸ਼ਬਦੇ ਹੀ ਫਿਰ ਓਪਤ ਹੋਵੇ। ਉਹ ਉਤਪਤੀ ਦੁਬਾਰਾ ਜਿਹੜਾ ਵਿਸਰਜਨ ਹੈ, ਸਿਰਜਣਾ ਹੈ, ਇਹ ਪ੍ਰਮਾਤਮਾ ਜੀ ਫਿਰ ਸ਼ਬਦ ਦੇ ਰਾਹੀਂ ਤੇਰੇ ਹੁਕਮ ਦੇ ਰਾਹੀਂ ਹੁੰਦੀ ਹੈ। ਇੱਥੇ ਮਹਾਰਾਜ ਕਹਿੰਦੇ ਨੇ ਇੱਕ ਓੰਕਾਰ, ਕਿ ਤੂੰ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ, ਤੂੰ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਹੈ, ਤੂੰ ਸ੍ਰਿਸ਼ਟੀ ਨੂੰ ਫਿਰ ਆਪਣੇ ਵਿੱਚ ਸਮਾ ਲੈਣਾ ਹੈ। ਅੱਗੇ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਸਤ ਗੁਰ ਪ੍ਰਸਾਦ। ਸਤ ਤੋਂ ਭਾਵ ਹੁੰਦਾ ਹੈ ਕਿ ਸਦੀਵ ਹੈ, ਜਿਹੜਾ ਹਮੇਸ਼ਾ ਹੈ, ਜਿਹੜਾ ਕਦੀ ਖਤਮ ਨਹੀਂ ਹੁੰਦਾ, ਜਿਹੜਾ ਇਸ ਦੁਨੀਆ ਦੇ ਬਣਨ ਤੋਂ ਪਹਿਲੋਂ ਵੀ ਸੀ, ਜਿਹੜਾ ਹੁਣ ਵੀ ਮੌਜੂਦ ਹੈ, ਤੇ ਜਿੱਦਣ ਇਹ ਭਾਵੇਂ ਅੰਤ ਸ੍ਰਿਸ਼ਟੀ ਦਾ ਹੋਵੇਗਾ ਪਰ ਰੱਬ ਦਾ ਅੰਤ ਨਹੀਂ ਹੋਏਗਾ, ਉਹ ਫੇਰ ਮੌਜੂਦ ਹੋਵੇਗਾ। ਆਦ ਸੱਚ ਹੈ, ਤੂੰ ਜੁਗਾਦ ਵੀ ਸੱਚ ਹੈ। ਤੂੰ ਆਦ ਤੋਂ ਭਾਵ ਕਿ ਤੂੰ ਜਦੋਂ ਤੋਂ ਹੈ, ਸ੍ਰਿਸ਼ਟੀ ਹੈ, ਬ੍ਰਹਿਮੰਡ ਹੈ, ਧਰਤੀਆਂ ਨੇ, ਤੂੰ ਉਦੋਂ ਤੋਂ ਹੀ ਹੈ। ਜੁਗਾਦ ਤੋਂ ਭਾਵ ਹੈ ਕਿ ਯੁੱਗਾਂ ਦੀ ਸ਼ੁਰੂਆਤ ਤੋਂ ਤੂੰ ਮੌਜੂਦ ਹੈ। ਸਤਿਗੁਰੂ ਮਹਾਰਾਜ ਗੁਰੂ ਨਾਨਕ ਕਹਿੰਦੇ ਨੇ ਕਿ ਆਦ ਸੱਚ, ਜੁਗਾਦ ਸੱਚ ਹੈ, ਭੀ ਸੱਚ ਹੈ। ਭੀ ਤੋਂ ਭਾਵ ਹੈ ਕਿ ਹੁਣ ਵੀ ਤੂੰ ਹੈ, ਪ੍ਰੈਜ਼ੈਂਟ ਵਿੱਚ ਵੀ ਮੌਜੂਦ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਇਹ ਜਦੋਂ ਸਾਰਾ ਕੁਝ ਮੁੱਕ ਜਾਏਗਾ ਤੂੰ ਉਦੋਂ ਵੀ ਹੋਵੇਂਗਾ। ਇਹ ਹੈ ਸਤ। ਫਿਰ ਅੱਗੇ ਮਹਾਰਾਜ ਇਹ ਪੂਰਾ ਜਦੋਂ ਮੂਲ ਮੰਤਰ ਪੜ੍ਹਦੇ ਆ ਤੇ ਉਹ ਰੱਬ ਦੇ ਗੁਣ ਨੇ ਮੂਲ ਮੰਤਰ ਦੇ ਵਿੱਚ, ਤੇ ਅਖੀਰ ਤੇ ਮਹਾਰਾਜ ਜਿਵੇਂ ਕੋਈ ਪੁੱਛਦਾ ਹੋਵੇ ਤੇ ਮਹਾਰਾਜ ਨੂੰ ਕਿ ਮਿਲਦਾ ਕਿਵੇਂ ਹੈ, ਫਿਰ ਇਹ ਓੰਕਾਰ ਨੂੰ ਮਿਲੀਦਾ ਕਿਵੇਂ ਆ। ਮਹਾਰਾਜ ਕਹਿੰਦੇ ਨੇ ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੇ ਰਾਹੀਂ ਰੱਬ ਦੀ ਪ੍ਰਾਪਤੀ ਹੁੰਦੀ ਹੈ। ਇੱਥੋਂ ਤੱਕ ਸੰਖੇਪ ਮੂਲ ਮੰਤਰ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ। 524 ਵਾਰ ਜਿਹੜਾ ਮੂਲ ਮੰਤਰ ਹੈ ਸੰਖੇਪ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਮਹਾਰਾਜ ਨੇ ਦਰਜ ਕੀਤਾ। ਅੱਗੇ ਸ਼ਬਦ ਦੀ ਆਰੰਭਤਾ ਮਹਾਰਾਜ ਕਰਦੇ ਨੇ। ਮਹਾਰਾਜ ਆਖਦੇ ਨੇ ਤੀਰਥ ਨਾਵਨ ਜਾਓ, ਤੀਰਥ ਨਾਮ ਹੈ। ਮਹਾਰਾਜ ਕਹਿੰਦੇ ਨੇ ਤੀਰਥ ਨਹਾਉਣ ਵਾਸਤੇ ਮੈਂ ਜਾਵਾਂ, ਇਸ਼ਨਾਨ ਕਰਨ ਵਾਸਤੇ ਜਾਵਾਂ, ਪਰ ਅਸਲ ਦੇ ਵਿੱਚ ਮਹਾਰਾਜ ਕਹਿੰਦੇ ਤੀਰਥ ਜਿਹੜਾ ਹੈ ਨਾ ਉਹ ਨਾਮ ਹੀ ਹੈ। ਨਾਮ ਨੂੰ ਮਹਾਰਾਜ ਨੇ, ਪਰਮਾਤਮਾ ਦੇ ਨਾਮ ਨੂੰ ਤੀਰਥ ਆਖਿਆ ਹੈ। ਗੁਰੂ ਨਾਨਕ ਦੇਵ ਮਹਾਰਾਜ ਤੀਰਥ ਬਣਦੇ ਕਿਵੇਂ ਨੇ, ਤੀਰਥ ਦੀ ਉਤਪਤੀ ਕਿਦੋਂ ਹੁੰਦੀ, ਕਿਦੋਂ ਤੀਰਥ ਤਿਆਰ ਹੁੰਦਾ ਹੈ। ਹੁਣ ਸਤਿਗੁਰੂ ਮਹਾਰਾਜ ਜੀ ਦਾ ਇਤਿਹਾਸ ਪੜ੍ਹੋ ਕਿ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੁਥਾਨ ਸੁਹਾਵਾ ਰਾਮ ਰਾਜ। ਜਿੱਥੇ ਗੁਰੂ ਦਾ ਪ੍ਰਕਾਸ਼ ਹੋਵੇ ਉਹ ਤੀਰਥ ਹੈ। ਜਿਵੇਂ ਦੇਖੋ ਰਾਏ ਭੋਏ ਦੀ ਤਲਵੰਡੀ ਤਾਂ ਗੁਰੂ ਨਾਨਕ ਦੇਵ ਜੀ ਦੇ ਆਉਣ ਤੋਂ ਪਹਿਲੋਂ ਵੀ ਮੌਜੂਦ ਆ, ਪਰ ਜਿਸ ਦਿਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਰਾਏ ਭੋਏ ਦੀ ਤਲਵੰਡੀ ਵਿੱਚ ਆਉਂਦੇ ਨੇ, ਪ੍ਰਕਾਸ਼ ਮਹਾਰਾਜ ਜੀ ਦਾ ਹੁੰਦਾ ਏ, ਉਸ ਦਿਨ ਤੋਂ ਬਾਅਦ ਉਹ ਰਾਏ ਭੋਏ ਦੀ ਤਲਵੰਡੀ ਤੀਰਥ ਸਿੱਖਾਂ ਦੇ ਵਾਸਤੇ ਬਣ ਗਈ। ਜਾਂ ਸਿੱਖਾਂ ਵਾਸਤੇ ਨਹੀਂ, ਕੱਲਾ ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਜੀ ਤੇ ਭਰੋਸਾ ਓਟ ਆਸਰਾ ਰੱਖਦਾ ਹੈ ਉਹਦੇ ਹਰ ਇੱਕ ਵਾਸਤੇ ਉਹ ਰਾਏ ਭੋਏ ਦੀ ਤਲਵੰਡੀ ਨਨਕਾਣਾ ਸਾਹਿਬ ਤੀਰਥ ਹੈ। ਦੂਸਰਾ ਉਹ ਤੀਰਥ ਹੁੰਦਾ ਹੈ ਕਿ ਜਿੱਥੇ ਗੁਰੂ ਕੋਈ ਜਾ ਕੇ ਬੰਦਗੀ ਕਰੇ ਜਾਂ ਕੋਈ ਸਿੱਖ ਸੰਤ ਪਿਆਰਾ ਜਾ ਕੇ ਕੋਈ ਬੰਦਗੀ ਕਰਦਾ ਹੈ ਤੇ ਆਪਣੇ ਜੀਵਨ ਦਾ ਉਹ ਸਮਾਂ ਰੱਬ ਦੀ ਯਾਦ ਵਿੱਚ ਗੁਜ਼ਾਰੇ, ਉਹਨੂੰ ਤੀਰਥ ਆਖਦੇ ਆ।
ਜਿਵੇਂ ਮਹਾਂਪੁਰਖ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ, ਉਹ ਛੋਟੀ ਉਮਰ ਦੇ ਵਿੱਚ ਚਲੋ ਮਾਤਾ ਚੜ੍ਹਾਈ ਕਰ ਗਈ, ਪਿਤਾ ਨੇ ਪਾਲਿਆ, ਦਾਦਾ ਅਰੂੜ ਸਿੰਘ ਨੇ ਪਾਲਿਆ, ਪਿਤਾ ਵਿਸਾਵਾ ਸਿੰਘ ਨੇ ਪਾਲਿਆ, ਪਰ ਜਿਹੜੀ ਮਤਰੇਈ ਮਾਂ ਸੀ ਉਹਨਾਂ ਬਹੁਤਾ ਧਿਆਨ ਨਾ ਦਿੱਤਾ, ਦੂਜਿਆਂ ਪੁੱਤਰਾਂ ਧੀਆਂ ਨੂੰ ਉਹਨਾਂ ਨੇ ਪਾਲਿਆ। ਬਾਬਾ ਪ੍ਰੇਮ ਸਿੰਘ ਖੋੜੀ ਦੁੰਨਾ ਸਿੰਘ ਨੂੰ ਛੱਡ ਕੇ ਤੇ ਉਹ ਮੁਰਾਲੇ ਡੇਰੇ ਵਿੱਚ ਚਲੇ ਜਾਂਦੇ ਨੇ ਬਾਬਾ ਬਿਸ਼ਨ ਸਿੰਘ ਜੀ ਦੇ ਕੋਲ। ਉੱਥੇ ਉਹਨਾਂ ਨੇ ਸੇਵਾ ਕੀਤੀ, ਬੰਦਗੀ ਕੀਤੀ। ਫਿਰ ਮਹੰਤੀ ਮਿਲਦੀ ਏ 1905 ਦੇ ਵਿੱਚ, ਤੇ 1905 ਤੋਂ ਲੈ ਕੇ ਤੇ 1950 ਤੱਕ 47 ਸਾਲ ਤੱਕ ਤਾਂ 1947 ਤੱਕ ਤਾਂ ਬਾਬਾ ਪ੍ਰੇਮ ਸਿੰਘ ਜੀ ਨੇ ਪਾਕਿਸਤਾਨ ਦੇ ਇਲਾਕੇ ਦੇ ਵਿੱਚ ਪ੍ਰਚਾਰ ਕੀਤਾ, ਲੁਬਾਨਾ ਬਰਾਦਰੀ ਨੂੰ ਸਿੱਖੀ ਦੇ ਨਾਲ ਜੋੜਿਆ, ਹੁੱਕੇ ਪੀਣ ਵਾਲਿਆਂ ਨੂੰ ਅੰਮ੍ਰਿਤ ਦੀ ਦਾਤ ਦੇ ਦਿੱਤੀ, ਅੰਮ੍ਰਿਤ ਪਿਆ ਦਿੱਤਾ, ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜੋੜ ਦਿੱਤਾ। ਤੇ ਅਖੀਰਲੇ ਜਿਹੜੇ 3 ਸਾਲ ਨੇ, ਜਦੋਂ ਦੇਸ਼ ਦੀ ਵੰਡ ਹੁੰਦੀ ਆ, ਉਹ ਬੇਗੋਵਾਲ ਵਿੱਚ ਆ ਕੇ ਉਹਨਾਂ ਨੇ ਸਥਾਨ ਕੀਤਾ, ਲਾਗੇ ਸਿੱਕਰੀ ਉਹਨਾਂ ਨੇ ਜਿਹੜਾ ਸੀ ਬਹੁਤ ਵੱਡੀਆਂ ਕਾਨਫਰੰਸਾਂ ਕੀਤੀਆਂ। ਸੋ ਜਿੱਥੇ ਜਾ ਕੇ ਕੋਈ ਮਹਾਂਪੁਰਖ ਵਿਸ਼ੇਸ਼ ਕਾਰਜ ਕਰਦਾ ਹੈ, ਉੱਥੇ ਫਿਰ ਉਹਦੀ ਯਾਦ ਦੇ ਵਿੱਚ ਜਗ੍ਹਾ ਬਣਦੀ ਆ, ਉਹਨੂੰ ਵੀ ਤੀਰਥ ਕਿਹਾ ਜਾਂਦਾ ਹੈ। ਤੇ ਚੌਥਾ ਜਿਹੜਾ ਹੈ ਤੀਰਥ ਉਹਨੂੰ ਆਖਦੇ ਆ ਕਿ ਜਿੱਥੇ ਕੋਈ ਅਖੀਰਲਾ ਸਮਾਂ ਬਤੀਤ ਕਰਦਾ ਹੈ। ਗੁਰੂ ਨਾਨਕ ਦੇਵ ਮਹਾਰਾਜ ਨੇ ਕਰਤਾਰਪੁਰ ਦੀ ਧਰਤੀ ਤੇ ਅਖੀਰਲਾ ਸਮਾਂ ਬਤੀਤ ਕੀਤਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਹਜ਼ੂਰ ਸਾਹਿਬ ਦੀ ਧਰਤੀ ਤੇ ਬਤੀਤ ਕੀਤਾ। ਗੁਰਸਿੱਖਾਂ ਦੀ ਗੱਲ ਕਰੋ ਜਾਂ ਅਸੀਂ ਬਾਬਾ ਪ੍ਰੇਮ ਸਿੰਘ ਦੀ ਗੱਲ ਕਰਦੇ ਪਏ ਸੀ ਕਿ ਉਹਨਾਂ ਨੇ ਅਖੀਰਲਾ ਸਮਾਂ ਬੇਗੋਵਾਲ ਬਤੀਤ ਕੀਤਾ। ਲੋਕ ਅੱਜ ਵੀ ਉੱਥੇ ਜਾਂਦੇ, ਜਾ ਕੇ ਨਮਸਕਾਰਾਂ ਕਰਦੇ ਨੇ। ਉਹਨਾਂ ਦੀਆਂ ਬਰਸੀਆਂ ਜੇ ਬੇਗੋਵਾਲ ਮਨਾਉਂਦੇ ਪਏ ਨੇ ਸਿੱਖ, ਤਾਂ ਫਿਰ ਵਿਦੇਸ਼ ਦੇ ਵਿੱਚ ਵੀ ਮਨਾਉਂਦੇ ਨੇ, ਇੰਗਲੈਂਡ ਦੇ ਵਿੱਚ ਮਨਾਉਂਦੇ ਪਏ ਨੇ, ਅਮਰੀਕਾ ਦੇ ਵਿੱਚ ਮਨਾਉਂਦੇ ਨੇ। ਜਿੱਥੇ ਜਿੱਥੇ ਫਿਰ ਉਹਨਾਂ ਦੇ ਪੈਰੋਕਾਰ ਪਹੁੰਚ ਜਾਂਦੇ ਨੇ, ਸ਼ਰਧਾ ਵਾਲੇ ਪਹੁੰਚ ਜਾਂਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇੱਕ ਤਾਂ ਜਿੱਥੇ ਨਾਮ ਟਿਕਦਾ ਹੈ ਨਾ, ਨਾਮ ਟਿਕਣ ਵਾਲਾ ਹਿਰਦਾ ਜਿਹੜਾ ਹੈ ਉਹ ਤੀਰਥ ਬਣ ਜਾਂਦਾ ਹੈ, ਕਿਉਂਕਿ ਉੱਥੇ ਪ੍ਰਮਾਤਮਾ ਦਾ ਨਾਮ ਟਿਕ ਗਿਆ ਨਾ। ਤੀਰਥ ਨਾਵਨ ਜਾਓ, ਤੀਰਥ ਨਾਮ ਹੈ, ਨਾਮ ਤੀਰਥ ਬਣਾ ਦਿੰਦਾ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਮਹਾਰਾਜ ਕਹਿੰਦੇ ਨੇ ਰੱਬ ਦਾ ਜਿਹੜਾ ਨਾਮ ਹੈ ਨਾ, ਇਹ ਜਦੋਂ ਬੰਦਾ ਅੰਦਰ ਇਹਨੂੰ ਰਿੜਕਣਾ ਸ਼ੁਰੂ ਕਰ ਦਿੰਦਾ ਨਾ, ਮੰਥਨ ਕਰਨਾ ਸ਼ੁਰੂ ਕਰਦਾ ਹੈ, ਤਾਂ ਫਿਰ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਅੰਤਰ ਗਿਆਨ ਪੈਦਾ ਹੁੰਦਾ ਹੈ। ਤੇ ਮਹਾਰਾਜ ਕਹਿੰਦੇ ਤੀਰਥ ਸ਼ਬਦ ਵਿਚਾਰ, ਅਸੀਂ ਹੁਣ ਵਿਚਾਰ ਕਰਦੇ ਪਏ ਨਾ, ਇਹਦਾ ਅਰਥ ਹੈ ਕਿ ਅਸੀਂ ਨਾਮ ਰੂਪੀ ਤੀਰਥ ਵਿੱਚ ਇਸ਼ਨਾਨ ਸਾਡਾ ਹੁੰਦਾ ਪਿਆ ਹੈ। ਵਿਚਾਰ ਕਰਨ ਵਾਲਾ ਨਹਾਉਂਦਾ ਪਿਆ ਹੈ, ਵਿਚਾਰ ਸੁਣਨ ਵਾਲਾ ਨਹਾਉਂਦਾ ਪਿਆ ਤੀਰਥਾਂ ਉੱਤੇ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਜਿੱਥੇ ਗੁਰੂ ਦੇ ਸ਼ਬਦ ਦੀ ਗੱਲ ਚੱਲੇਗੀ, ਤੁਸੀਂ ਗੁਰਦੁਆਰੇ ਬੈਠ ਕੇ ਗੁਰੂ ਦੀ ਗੱਲ ਕਰੋਗੇ, ਉੱਥੇ ਤੁਹਾਡਾ ਤੀਰਥ ਇਸ਼ਨਾਨ ਹੁੰਦਾ ਪਿਆ ਹੈ। ਜੇਕਰ ਤੁਸੀਂ ਘਰ ਬੈਠ ਕੇ ਵੀ ਗੁਰੂ ਦੀ ਗੱਲ ਕਰੋ, ਦੁਕਾਨ ਤੇ ਬੈਠਿਆਂ ਗੁਰੂ ਦੀ ਗੱਲ ਕਰੋ, ਕਾਰੋਬਾਰ ਕਰਦਿਆਂ ਗੁਰੂ ਦੀ ਗੱਲ ਕਰਦੇ ਹੋਵੇ, ਉਹ ਥਾਂ ਤੀਰਥ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਥਾਂ ਵੀ ਤੀਰਥ ਬਣ ਜਾਂਦੀ ਏ। ਸੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਅੰਤਰ ਆਤਮੇ ਇਹ ਗਿਆਨ ਦੇ ਤੀਰਥ ਰੂਪ ਇਸ਼ਨਾਨ ਹੁੰਦਾ ਹੈ। ਅੱਗੇ ਮਹਾਰਾਜ ਸੱਚੇ ਪਾਤਸ਼ਾਹ ਆਖਦੇ ਨੇ ਗੁਰ ਗਿਆਨ ਸਾਚਾ ਥਾਨ ਤੀਰਥ 10 ਪੁਰਬ ਸਦਾ ਦਸਾਹਰਾ। ਸਤਿਗੁਰ ਮਹਾਰਾਜ ਕਹਿੰਦੇ ਨੇ ਸਤਿਗੁਰ ਦਾ ਬਖਸ਼ਿਆ ਜਿਹੜਾ ਗਿਆਨ ਹੈ ਨਾ ਜੀ, ਉਹ ਮੇਰੇ ਵਾਸਤੇ ਸਦਾ ਰਹਿਣ ਵਾਲਾ ਗੁਰ ਗਿਆਨ ਸਾਚਾ ਥਾਨ ਤੀਰਥ। ਸਾਚਾ ਥਾਨ, ਸਾਚੀ ਜਗ੍ਹਾ, ਸੱਚਾ ਤੀਰਥ ਕੀ ਹੈ? ਗੁਰੂ ਦਾ ਗਿਆਨ। 10 ਪੁਰਬ ਸਦਾ ਦਸਾਹਰਾ। ਹੁਣ ਜਿਹੜੇ 10 ਪੁਰਬ ਨੇ ਨਾ, ਉਹ ਹਿੰਦੂ ਧਰਮ 'ਚ ਬੜੇ ਮਨਾਏ ਜਾਂਦੇ ਨੇ, ਜਿਨ੍ਹਾਂ ਵਿੱਚ ਮੱਸਿਆ, ਸੰਗਰਾਂਦ, ਪੂਰਨਮਾਸ਼ੀ, ਫਿਰ ਉਹਦੇ ਵਿੱਚ ਚਾਨਣੇ ਦੇ 4 ਐਤਵਾਰ, ਸੂਰਜ ਨੂੰ ਗ੍ਰਹਿਣ ਲੱਗਣਾ, ਚੰਦਰਮਾ ਨੂੰ ਗ੍ਰਹਿਣ ਲੱਗਣਾ, ਇਸ ਤਰ੍ਹਾਂ ਅਸ਼ਟਮੀ ਹੋ ਗਈ, ਇਸ ਤਰ੍ਹਾਂ ਰਾਮ ਨੌਮੀ ਹੋ ਗਈ। ਇਹ 14 ਜਿਹੜੇ ਨੇ ਇਹ ਤੀਰਥਾਂ ਦੇ ਜਿਹੜੇ ਉਹ ਗਿਣੇ ਜਾਂਦੇ ਨੇ, ਜਾਂ ਇਹਨਾਂ ਨੂੰ ਸ਼ੁਭ ਗਿਣਦੇ ਨੇ। ਸਦਾ ਦਸਾਹਰਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ 10 ਪੁਰਬ ਜਿਹੜੇ ਨੇ, 10 ਦਿਹਾੜੇ ਜਿਹੜੇ ਨੇ ਸਾਡੇ ਵਾਸਤੇ ਉਹ ਹਿੰਦੂ ਧਰਮ ਵਾਲੇ ਨਹੀਂ ਕਿ ਗ੍ਰਹਿਣਾਂ ਨੂੰ ਪੂਜਣਾ, ਦਿਨਾਂ ਨੂੰ ਪੂਜਣਾ, ਸੂਰਜ ਨੂੰ ਪੂਜਣਾ, ਚੰਦਰਮਾ ਨੂੰ ਪੂਜਣਾ। ਗੁਰੂ ਦਾ ਗਿਆਨ ਹੀ ਸਾਡੇ ਵਾਸਤੇ ਸੱਚਾ ਤੀਰਥ ਹੈ। ਸੱਚੇ ਪਾਤਸ਼ਾਹ ਅੱਗੇ ਕਿਰਪਾ ਕਰਦੇ ਨੇ ਹਉ ਨਾਮ ਹਰ ਕਾ ਸਦਾ ਜਾਚੋਂ ਦੇਹੋ ਪ੍ਰਭ ਤਰਨੀ ਤਰਾ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਅੱਗੇ ਆਖਦੇ ਨੇ ਕਿ ਮੈਂ ਜਾਚਕ ਬਣ ਕਰਕੇ ਨਾ
ਪਰਮਾਤਮਾ ਦੇ ਦਰ ਦੇ ਉੱਤੋਂ ਇਹ ਮੰਗਦਾ ਪਿਆ ਹਾਂ ਕਿ ਹੇ ਪਰਮਾਤਮਾ ਜੀ, ਹੋ ਨਾਮ ਹਰ ਕਾ ਸਦਾ ਜਾਚੋ। ਨਾਮ ਦੀ ਦਾਨ, ਜਦੋਂ ਅਸੀਂ ਕਹਿੰਦੇ ਨਾ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਇਹ 7 ਦਾਨ ਨੇ। 6 ਦਾਨ ਮੰਗ ਕੇ ਅਸੀਂ ਕਹਿੰਦੇ ਦਾਨਾ ਸਿਰ ਦਾਨ, ਨਾਮ ਦਾਨ। ਅਸੀਂ ਕਹਿੰਦੇ ਆ ਕਿ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਨਾਮ ਦੇ ਨਾਲ ਚੜ੍ਹਦੀ ਕਲਾ ਹੈ। ਇੱਥੇ ਮਹਾਰਾਜ ਆਖਦੇ ਨੇ ਹਉ ਨਾਮ ਹਰ ਕਾ ਸਦਾ ਜਾਚੋ, ਕਿ ਹੇ ਵਾਹਿਗੁਰੂ ਜੀ, ਮੈਂ ਤੇਰੇ ਦਰ ਦਾ ਮੰਗਤਾ ਬਣ ਕੇ, ਦਾਤਾ ਅਸੀਂ ਚਲੋ ਮੰਗਦੇ ਆ ਕਿ ਮਹਾਰਾਜ ਸਾਨੂੰ ਆ ਲੋੜਾਂ ਨੇ, ਆ ਦੇ ਦਿਓ। ਹੁਣ ਜੋ ਲੋੜਾਂ ਅਸੀਂ ਮੰਗਦੇ ਪਏ ਆ ਨਾ, ਉਹ ਤਾਂ ਭਗਤਾਂ ਨੇ ਵੀ ਮੰਗੀਆਂ ਨੇ ਬਾਣੀ ਦੇ ਵਿੱਚ। ਭਗਤ ਸਾਹਿਬ ਵੀ ਕਹਿੰਦੇ ਨੇ ਕਿ ਗੋਪਾਲ ਤੇਰਾ ਆਰਤਾ, ਆਰਤੇ ਦੇ ਅਰਥ ਵੀ ਮੰਗਤਾ ਹੁੰਦਾ ਹੈ। ਆਰਤ ਸ਼ਬਦ ਇਹ ਹੈ, ਆਰਤ ਤੋਂ ਫਿਰ ਆਰਤਾ ਸ਼ਬਦ ਬਣਿਆ, ਤੇ ਆਰਤਾ ਜਿਹੜਾ ਹੈ ਉਹਦੇ ਅਰਥ ਨੇ ਮੰਗਤਾ। ਤੇ ਭਗਤ ਧੰਨਾ ਜੀ ਆਖਦੇ ਨੇ ਕਿ ਹੇ ਅਕਾਲ ਪੁਰਖ, ਹੇ ਗੋਪਾਲ, ਹੇ ਧਰਤੀ ਦੇ ਪਾਲਨਹਾਰ, ਮੈਂ ਤੇਰੇ ਦਰ ਦਾ ਮੰਗਤਾ ਹਾਂ, ਮੈਂ ਦੁਨੀਆ ਦਾ ਮੰਗਤਾ ਨਹੀਂ ਆ। ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰੰਤੇ ਤਿਨਕੇ ਕਾਜ ਸਵਾਰਤਾ। ਤੇ ਅੱਗੇ ਫਿਰ ਉਹ ਜਿਹੜੀਆਂ ਲੋੜਾਂ ਸੀ ਉਹਨਾਂ ਨੇ ਸਾਰੀਆਂ ਮੰਗੀਆਂ। ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰੰਤੇ ਤਿਨਕੇ ਕਾਜ ਸਵਾਰਤਾ। ਦਾਲ ਸਿੱਧਾ ਮੰਗੋ ਘੀਓ, ਹਮਰਾ ਖੁਸ਼ੀ ਕਰੇ ਨਿਤ ਜੀਓ। ਪਨੀਆਂ ਸ਼ਾਦਨ ਨੀਕਾ, ਅਨਾਜ ਮੰਗੂ ਸਤ ਸੀਕਾ। ਗਊ ਭੈਸ ਮੰਗੋ ਲਵੇਰੀ, ਇੱਕ ਤਾਜਨ ਤੁਰੀ ਚੰਗੇਰੀ। ਘਰ ਕੀ ਗੀਹਨ ਚੰਗੀ, ਜਨ ਧੰਨਾ ਲੇਵੇ ਮੰਗੀ। ਉਹਨਾਂ ਨੇ ਕਿਹਾ ਕਿ ਆ ਸਾਰਾ ਕੁਝ ਹੀ ਚਾਹੀਦਾ ਮੈਨੂੰ ਪਤਨੀ ਵੀ ਚਾਹੀਦੀ ਏ, ਮੈਨੂੰ ਪਰਿਵਾਰ ਵੀ ਚਾਹੀਦਾ ਹੈ, ਮੈਨੂੰ ਖਾਣ ਵਾਸਤੇ ਦਾਲ ਵੀ ਚਾਹੀਦੀ ਏ, ਮੈਨੂੰ ਘਿਓ ਵੀ ਚਾਹੀਦਾ ਹੈ, ਮੈਨੂੰ ਆਟਾ ਵੀ ਚਾਹੀਦਾ ਹੈ, ਮੈਨੂੰ ਦੁੱਧ ਪੀਣ ਵਾਸਤੇ ਗਾਂ ਚਾਹੀਦੀ ਹੈ, ਤੇ ਸਫ਼ਰ ਕਰਨ ਵਾਸਤੇ ਘੋੜੀ ਵੀ ਚਾਹੀਦੀ ਹੈ। ਤੇ ਸਾਰੀਆਂ ਕੁਝ ਲੋੜਾਂ ਨੇ ਨਾ। ਬਾਣੀ ਇਹ ਨਹੀਂ ਆਖਦੀ ਕਿ ਤੁਸੀਂ ਮੰਗੋ ਕੁਝ ਨਾ, ਤੁਸੀਂ ਲੋੜਾਂ ਨਾ ਮੰਗੋ, ਪਰ ਬਾਣੀ ਇਹ ਜ਼ਰੂਰ ਆਖਦੀ ਹੈ ਕਿ ਇੱਕ ਗੁਰੂ ਨੂੰ ਵੀ ਮੰਗ ਲਿਆ ਕਰੋ। ਜਿਹੜਾ ਗੁਰੂ ਨੂੰ ਮੰਗ ਲੈਂਦਾ ਨਾ, ਉਹਨੂੰ ਹੋਰ ਕੁਝ ਮੰਗਣ ਦੀ ਲੋੜ ਹੀ ਨਹੀਂ ਪੈਂਦੀ। ਕੋਈ ਫਲਦਾਰ ਬੂਟਾ ਦਰਖਤ ਹੋਵੇ ਨਾ, ਅੰਬ ਲੱਗੇ ਹੋਣ ਕਿਸੇ ਦਰਖਤ ਨੂੰ, ਤੇ ਬੰਦਾ ਕਵੇ ਜੀ ਮੈਂ ਅੰਬ ਤੋੜ ਲਵਾਂ, ਪਰ ਜੇਕਰ ਉਹ ਦਰਖਤ ਪੂਰੇ ਦਾ ਪੂਰਾ ਹੀ ਮਿਲ ਜਾਏ, ਫਿਰ ਉਹਦੀ ਛਾਂ ਵੀ ਮਿਲ ਜਾਣੀ ਆ, ਉਹਦੇ ਅੰਬ ਵੀ ਮਿਲ ਜਾਣੇ ਆ, ਉਹਦੀ ਜਿਹੜੀ ਆ ਉਹ ਠੰਡਕ ਮਿਲ ਜਾਏਗੀ। ਸੋ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹੋ ਨਾਮ ਹਰ ਕਾ ਸਦਾ ਜਾਚੋ, ਦੇਹੋ ਪ੍ਰਭ ਧਰਨੀ ਤਰਾ। ਜਾਚੋਂ ਦਾ ਅਰਥ ਹੁੰਦਾ ਹੈ ਕਿ ਮੈਂ ਮੰਗਦਾ ਪਿਆ ਏ, ਮੈਂ ਜਾਚਕ ਬਣ ਕੇ ਆਇਆ, ਮੈਂ ਤੇਰੇ ਦਰ ਤੇ ਮੰਗਣ ਵਾਸਤੇ ਆਇਆ। ਤੇ ਮੰਗਦਾ ਕੀ ਆ? ਹੋ ਨਾਮ ਹਰ ਕਾ ਸਦਾ ਜਾਚੋ, ਨਾਮ ਮੰਗਣ ਵਾਸਤੇ ਆਇਆ। ਦੇਹੋ ਪ੍ਰਭ ਧਰਨੀ ਧਰਾ। ਧਰਨੀ ਦੇ ਅਰਥ ਹੁੰਦੇ ਨੇ ਧਰਤੀ, ਤੇ ਧਰਾ ਦੇ ਅਰਥ ਹੁੰਦੇ ਨੇ ਜਿਨੇ ਧਰਤੀ ਨੂੰ ਆਸਰਾ ਦੇ ਕੇ ਰੱਖਿਆ। ਸਾਇੰਸ ਅੱਜ ਕੱਲ ਤੇ ਚਲੋ ਸਾਰਾ ਕੁਝ ਹੀ ਦਿਖਾ ਦਿੱਤਾ ਨਾ ਕਿ ਇਹ ਜਿਹੜੀ ਧਰਤੀ ਦੇ ਥੱਲੇ ਕੋਈ ਚੀਜ਼ ਨਹੀਂ ਹੈ, ਇਹ ਬਿਲਕੁਲ ਹਵਾ ਦੇ ਵਿੱਚ, ਇਹ ਬ੍ਰਹਿਮੰਡ ਦੇ ਵਿੱਚ ਤੈਰਦੀ ਪਈ ਜਾਂ ਉੱਥੇ ਘੁੰਮਦੀ ਪਈ ਹੈ। ਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਇਹ ਦੱਸਣ ਤੋਂ ਪਹਿਲਾਂ ਜਿਹੜੇ ਬਾਕੀ ਧਰਮ ਸੀ ਉਹ ਕਹਿੰਦੇ ਸੀ ਨਹੀਂ ਜੀ, ਧਰਤੀ ਦੇ ਥੱਲੇ ਤੇ ਬਲਦ ਬੈਠਾ ਹੋਇਆ ਹੈ, ਉਹਨੇ ਧਰਤੀ ਨੂੰ ਆਪਣੇ ਸਿੰਗਾਂ ਤੇ ਚੁੱਕਿਆ ਹੈ, ਇੱਕ ਸਿੰਗ ਤੇ ਚੁੱਕ ਕੇ ਰੱਖਿਆ, ਜਦੋਂ ਥੱਕ ਜਾਂਦਾ ਹੈ ਤੇ ਦੂਜੇ ਸਿੰਗ ਤੇ ਕਰ ਲੈਂਦਾ ਹੈ। ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਕਿ ਇਹ ਦੱਸੋ ਕਿ ਫਿਰ ਬਲਦ ਕਿੱਥੇ ਖਲੋਤਾ ਆਇਆ ਹੈ। ਹੁਣ ਮਹਾਰਾਜ ਕਹਿੰਦੇ ਦੇਹੋ ਪ੍ਰਭ ਧਰਨੀ ਧਰਾ, ਤੇ ਜਦੋਂ ਉਹਨਾਂ ਨੇ ਕਿਹਾ ਕਿ ਧਰਤੀ ਥੱਲੇ ਬਲਦ ਹੈ, ਮਹਾਰਾਜ ਕਹਿੰਦੇ ਚਲੋ ਧਰਤੀ ਥੱਲੇ ਬਲਦ ਹੈ, ਪਰ ਇਹ ਦੱਸੋ ਕਿ ਬਲਦ ਕਿੱਥੇ ਖਲੋਤਾ ਹੈ, ਬਲਦ ਦੇ ਥੱਲੇ ਕੀ? ਕਹਿੰਦੇ ਜੀ ਉਹਦੇ ਥੱਲੇ ਇੱਕ ਹੋਰ ਧਰਤੀ। ਮਹਾਰਾਜ ਕਹਿੰਦੇ ਉਹ ਧਰਤੀ ਕਿਹੜੇ ਆਸਰੇ ਤੇ ਖਲੋਤੀ? ਕਹਿੰਦੇ ਜੀ ਥੱਲੇ ਬਲਦ। ਮਹਾਰਾਜ ਕਹਿੰਦੇ ਇਹ ਦੱਸੋ ਕਿ ਅਖੀਰ ਤੇ ਬਲਦ ਹੈ ਕਿ ਧਰਤੀ ਹੈ? ਉਹਨਾਂ ਨੇ ਹੱਥ ਜੋੜ ਕੇ ਆਖਿਆ, ਕਹਿਣ ਲੱਗੇ ਨਾਨਕ ਜੀ ਇਹ ਧਰਤੀ ਤੇ ਧਰਮ ਦੇ ਆਸਰੇ ਤੇ ਖਲੋਤੀ ਆ। ਤੇ ਮਹਾਰਾਜ ਕਹਿੰਦੇ ਧਰਮ ਤੇ ਧਰਤੀ ਇਹ ਦੋਨੇ ਇੱਕ ਦੂਜੇ ਦੇ ਲਾਗੇ ਨੇ। ਆ ਬਲਦ ਕਿਹੜਾ ਲਿਆ ਕੇ ਤੁਸੀਂ ਵਿੱਚ ਬੰਨ ਦਿੱਤਾ? ਬਲਦ ਕਿੱਥੋਂ ਆ ਗਿਆ? ਮਹਾਰਾਜ ਕਹਿੰਦੇ ਨੇ ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਇਹ ਸੰਤੋਖ ਦੇ ਸੂਤਰ ਦੇ ਵਿੱਚ ਮਹਾਰਾਜ ਨੇ ਧਰਤੀ ਨੂੰ ਬੰਨ ਕੇ ਰੱਖ ਦਿੱਤਾ, ਤੇ ਧਰਤੀ ਧਰਮ ਦੇ ਆਸਰੇ ਤੇ ਖਲੋਤੀ। ਇੱਥੇ ਮਹਾਰਾਜ ਕਹਿੰਦੇ ਨੇ ਦੇਹੋ ਪ੍ਰਭ ਧਰਨੀ ਧਰਾ। ਧਰਨੀ ਧਰਤੀ ਨੂੰ ਆਸਰਾ ਦੇਣ ਵਾਲੇ ਪ੍ਰਭੂ ਜੀ, ਮੈਂ ਤੇਰੇ ਦਰ ਦੇ ਉੱਤੇ ਨਾਮ ਮੰਗਣ ਵਾਸਤੇ ਆਇਆ, ਤੁਸੀਂ ਮੈਨੂੰ ਨਾਮ ਦੀ ਦਾਤ ਦਿਓ। ਅੱਗੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸੰਸਾਰ ਰੋਗੀ, ਨਾਮ ਦਾਰੂ, ਮੈਲ ਲਾਗੇ ਸੱਚ ਬਿਨਾ।
ਮਹਾਰਾਜ ਕਹਿੰਦੇ ਸੰਸਾਰ ਦੇ ਵਿੱਚ ਰੋਗ ਹੈ, ਤੇ ਸਭ ਤੋਂ ਵੱਡਾ ਰੋਗ ਮਹਾਰਾਜ ਕਹਿੰਦੇ ਜਿਹੜਾ ਅਸਾਧ ਰੋਗ, ਜਿੰਦਾ ਇਲਾਜ ਕਰਨਾ ਸਭ ਤੋਂ ਔਖਾ ਹੁੰਦਾ ਹੈ ਨਾ, ਉਹ ਮਹਾਰਾਜ ਕਹਿੰਦੇ ਨੇ ਉਹ ਹੈ ਹੰਕਾਰ ਦਾ ਰੋਗ, ਹਉਮੈ ਦੀਰਘ ਰੋਗ ਹੈ। ਪਰ ਮਹਾਰਾਜ ਕਹਿੰਦੇ ਜੇ ਸਮਝ ਆ ਜਾਏ ਤੇ ਦਾਰੂ ਪੀ ਸਮਾਹੇ। ਇੱਥੇ ਮਹਾਰਾਜ ਕਹਿੰਦੇ ਸੰਸਾਰ ਜਿਹੜਾ ਏ ਉਹ ਰੋਗੀ ਹੋਇਆ ਪਿਆ ਹੈ, ਸੰਸਾਰ ਨੂੰ ਵਿਕਾਰ ਲੱਗੇ ਹੋਏ ਨੇ, ਨਾਮ ਹੀ ਅਸਲ ਦੇ ਵਿੱਚ ਇਹਦਾ ਇਲਾਜ ਹੈ। ਦਾਰੂ ਦੇ ਅਰਥ ਹੁੰਦੇ ਨੇ ਮੈਡੀਸਨ, ਦਵਾਈ। ਸੰਸਾਰ ਰੋਗੀ ਤੇ ਨਾਮ ਕੀ ਹੈ? ਇਸ ਦੀ ਦਵਾਈ ਹੈ। ਔਰ ਮਹਾਰਾਜ ਤੁਸੀਂ ਡਾਕਟਰ ਦੇ ਕੋਲ ਜਾਂਦੇ ਹੋ ਨਾ, ਕੋਈ ਰੋਗ ਬੁਖਾਰ ਆ ਜਾਏ, ਕੋਈ ਬਿਮਾਰੀ ਹੋਵੇ, ਡਾਕਟਰ ਕੋਲ ਜਾਓ, ਉਹ ਤੁਹਾਡਾ ਪਹਿਲਾਂ ਪੁੱਛਦਾ ਹੈ ਕਿ ਰੋਗ ਕਿਹੜਾ, ਟੈਸਟ ਕਰੇਗਾ। ਫਿਰ ਉਹ ਜਦੋਂ ਇਲਾਜ ਸ਼ੁਰੂ ਕਰਦਾ ਹੈ, ਉਹ ਸਭ ਤੋਂ ਪਹਿਲਾਂ ਇੱਕ ਸਲਿੱਪ ਤੇ ਲਿਖ ਦਿੰਦਾ ਕਿ ਆ ਦਵਾਈ ਖਾਣੀ ਤੇ ਜਾ ਕੇ ਮੈਡੀਕਲ ਸਟੋਰ ਤੋਂ ਲੈ ਲਿਓ। ਗੁਰੂ ਨਾਨਕ ਦੇਵ ਮਹਾਰਾਜ ਇਵੇਂ ਨਹੀਂ ਇਲਾਜ ਕਰਦੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੇ, ਕਾਟੇ ਜਮ ਕੀ ਫੰਦਾ। ਗੁਰੂ ਕਹਿੰਦਾ ਮੇਰੇ ਕੋਲ ਆ ਬੈਠ, ਮੈਂ ਤੈਨੂੰ ਹੁਣੇ ਦਵਾਈ ਖਵਾਉਣਾ ਤੇ ਤੂੰ ਹੁਣੇ ਠੀਕ ਹੋ ਜਾਏਗਾ। ਗੁਰੂ ਲਿਖ ਕੇ ਨਹੀਂ ਦਿੰਦਾ ਕਿ ਜਾ ਕੇ ਤੂੰ ਕਰੇਗਾ ਤੇ ਤਾਂ ਠੀਕ। ਹਰ ਹਰ ਨਾਮ ਔਖਦ ਦਵਾਈ, ਔਖਦ ਦੇ ਅਰਥ ਨੇ ਦਵਾਈ। ਹਰ ਹਰ ਨਾਮ ਔਖਦ ਮੁਖ ਦੇਵੇ, ਕਾਟੇ ਜਮ ਕੀ ਫੰਦਾ। ਉਹ ਜਮਾਂ ਦੀਆਂ ਫਾਹੀਆਂ ਕੱਟ ਦਿੰਦਾ ਹੈ ਜਦੋਂ ਕੋਈ ਪਿਆਰ ਨਾਲ ਆਖਦਾ ਹੈ ਸਤਨਾਮ ਸ਼੍ਰੀ ਵਾਹਿਗੁਰੂ। ਇੰਨਾ ਕਹਿਣ ਦੇ ਨਾਲ ਹੀ ਮਹਾਰਾਜ ਕਹਿੰਦੇ ਦੁੱਖ ਕੱਟੇ ਜਾਂਦੇ ਨੇ। ਸੰਸਾਰ ਰੋਗੀ ਹੈ, ਨਾਮ ਦਾਰੂ ਮੈਲ ਲਾਗੇ ਸੱਚ ਬਿਨਾ। ਸੱਚ ਤੋਂ ਬਗੈਰ ਮਨ ਜਿਹੜਾ ਹੈ ਨਾ, ਮਹਾਰਾਜ ਕਹਿੰਦੇ ਇਹ ਮੈਲਾ ਹੁੰਦਾ ਜਾ ਰਿਹਾ ਹੈ। ਗੁਰਵਾਕ ਨਿਰਮਲ ਸਦਾ ਚਾਨਣ, ਨਿਤ ਸਾਚ ਤੀਰਥ ਮਜਨਾ। ਗੁਰੂ ਦੇ ਕਹੇ ਹੋਏ ਬੋਲ, ਗੁਰੂ ਵਾਕ ਜਿਹੜਾ ਹੈ, ਗੁਰੂ ਵਾਕ ਤੋਂ ਭਾਵ ਗੁਰੂ ਜੋ ਆਖਦਾ ਪਿਆ ਹੈ, ਉਹ ਸਦਾ ਨਿਰਮਲ ਹੈ, ਉਹ ਹਮੇਸ਼ਾ ਸਾਫ਼ ਹੈ, ਉਹਨੂੰ ਮੈਲ ਨਹੀਂ ਲੱਗਦੀ। ਗੁਰਵਾਕ ਨਿਰਮਲ ਸਦਾ ਚਾਨਣ, ਪ੍ਰਕਾਸ਼ ਕਦੀ ਨਹੀਂ ਮੈਲਾ ਹੁੰਦਾ। ਹੁਣ ਸੂਰਜ ਨੂੰ ਕੋਈ ਕਵੇ ਕਿ ਮੈਂ ਮੈਲਾ ਕਰ ਦੇਵਾਂ, ਕੋਈ ਕਰ ਸਕਦਾ ਹੈ? ਇੱਕ ਵਾਰੀ ਰਵਿੰਦਰਨਾਥ ਟੈਗੋਰ ਨੂੰ ਕਿਸੇ ਉਹਦੇ ਚੇਲੇ ਨੇ ਪੁੱਛਿਆ, ਕਹਿਣ ਲੱਗੇ ਜੀ ਰੱਬ ਕਿੰਨਾ ਕੁ ਨਿਰਮਲ ਹੈ। ਆ ਦੁਨੀਆ ਦਾ ਅਸਰ ਰੱਬ ਜਦੋਂ ਰਹਿੰਦਾ ਹੈ ਨਾ, ਸੁੱਚੇ ਬੰਦੇ ਵਿੱਚ ਤੇ ਰਹੇਗਾ, ਸੰਤ ਵਿੱਚ ਰਹੇਗਾ। ਜਿਹੜਾ ਚੋਰੀ ਕਰਨ ਵਾਲਾ ਹੈ, ਜਿਹੜਾ ਪਾਪ ਕਰਨ ਵਾਲਾ, ਇੱਕ ਪੂਰੀ ਪੌੜੀ ਹੈ ਜੀ ਜਪਜੀ ਸਾਹਿਬ ਵਿੱਚ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮਖੋਰ। ਮਹਾਰਾਜ ਨੇ ਉੱਥੇ ਸਾਰਿਆਂ ਦੀ ਗੱਲ ਕੀਤੀ ਆ, ਪਰ ਮਹਾਰਾਜ ਨੇ ਇਹ ਤੇ ਨਹੀਂ ਆਖਿਆ ਉੱਥੇ ਕਿ ਰੱਬ ਜਿਹੜਾ ਹੈ ਇਹਨਾਂ ਤੋਂ ਵੱਖਰਾ ਬੈਠਾ ਹੋਇਆ ਹੈ। ਰਵਿੰਦਰਨਾਥ ਟੈਗੋਰ ਨੂੰ ਕਿਹਾ ਕਿ ਇਹ ਦੱਸੋ ਮਾੜੇ ਬੰਦੇ ਵਿੱਚ ਰੱਬ ਹੁੰਦਾ ਹੈ? ਚੋਰ ਵਿੱਚ ਰੱਬ ਹੋ ਸਕਦਾ ਹੈ? ਜੇ ਚੋਰ ਵਿੱਚ ਰੱਬ ਹੈ, ਜੇ ਗੁਨੇਗਾਰ ਵਿੱਚ ਰੱਬ ਹੈ, ਤੇ ਕੀ ਰੱਬ ਨੂੰ ਉਹਦਾ ਲੇਪ ਸ਼ੇਪ ਨਹੀਂ ਲੱਗਦਾ? ਉਹਨਾਂ ਕਿਹਾ ਉੱਤਰ ਦਵਾਂਗਾ, ਪਰ ਥੋੜਾ ਰੁਕੋ। ਉਹ ਇੱਕ ਦਿਨ ਬਾਹਰ ਟਹਿਲਦੇ ਪਏ ਸੀ ਤੇ ਰਵਿੰਦਰਨਾਥ ਟੈਗੋਰ ਚਿੱਕੜ, ਇੱਕ ਥਾਂ ਤੇ ਬਹੁਤਾ ਚਿੱਕੜ ਜਾਂ ਗੰਦਗੀ ਸੀ, ਉੱਥੇ ਜਾ ਕੇ ਖਲੋ ਗਏ। ਚੇਲੇ ਜਿਹੜੇ ਸੀ ਉਹ ਚਲੋ ਨਾਲ ਜਾ ਕੇ ਉਹ ਵੀ ਖੜ ਗਏ। ਰਵਿੰਦਰਨਾਥ ਟੈਗੋਰ ਉੱਥੇ ਵੇਖੀ ਜਾਣ ਚਿੱਕੜ ਵਾਲੇ ਪਾਸੇ। ਉਹ ਪੁੱਛਦੇ ਨੇ, ਕਹਿਣ ਲੱਗੇ ਨਾਥ ਜੀ ਇਹ ਤੁਸੀਂ ਇੱਥੇ ਕਿਉਂ ਖਲੋ ਗਏ, ਆ ਚਿੱਕੜ ਵੱਲੇ ਕਿਉਂ ਦੇਖੀ ਜਾਂਦੇ ਹੋ? ਕਹਿੰਦੇ ਇੱਕ ਗੱਲ ਦੱਸੋ ਕਿ ਸੂਰਜ ਚੜਿਆ ਏ ਤੇ ਸੂਰਜ ਦੀਆਂ ਕਿਰਨਾਂ ਇਸ ਚਿੱਕੜ ਦੇ ਉੱਤੇ ਪੈਂਦੀਆਂ ਪਈਆਂ ਨੇ, ਰੋਸ਼ਨੀ ਪੈ ਰਹੀ ਹੈ ਨਾ? ਕਹਿੰਦੇ ਹਾਂ ਪੈ ਰਹੀ ਆ। ਕਹਿੰਦੇ ਇਹ ਦੱਸੋ ਕਿ ਸੂਰਜ ਦੀਆਂ ਕਿਰਨਾਂ ਮੈਲੀਆਂ ਹੁੰਦੀਆਂ ਨੇ? ਉਹ ਕਹਿੰਦੇ ਨਹੀਂ, ਸੂਰਜ ਦੀਆਂ ਕਿਰਨਾਂ ਮੈਲੀਆਂ ਨਹੀਂ ਹੋ ਸਕਦੀਆਂ। ਕਹਿੰਦੇ ਬਸ ਇਸੇ ਤਰ੍ਹਾਂ ਪਰਮਾਤਮਾ ਏ, ਉਹ ਮੈਲੇ ਬੰਦੇ ਵਿੱਚ ਰਹਿ ਕੇ ਵੀ ਮੈਲਾ ਕਦੀ ਨਹੀਂ ਹੁੰਦਾ। ਮਹਾਰਾਜ ਕਹਿੰਦੇ ਗੁਰ ਵਾਕ ਨਿਰਮਲ ਸਦਾ ਚਾਨਣ, ਨਿਤ ਸਾਚ ਤੀਰਥ ਮਜਨਾ। ਗੁਰੂ ਦਾ ਵਾਕ, ਗੁਰੂ ਦਾ ਸ਼ਬਦ ਜਿਹੜਾ ਹੈ ਉਹ ਪ੍ਰਕਾਸ਼ ਹਿਰਦੇ ਵਿੱਚ ਕਰ ਦਿੰਦਾ ਏ, ਤੇ ਅਸਲ ਇਸ਼ਨਾਨ ਮਹਾਰਾਜ ਕਹਿੰਦੇ ਤੀਰਥ ਦਾ ਇਹ ਹੋ ਜਾਂਦਾ। ਇੱਥੇ ਇੱਕ ਛੰਦ ਕੰਪਲੀਟ ਹੁੰਦਾ, 4 ਛੰਦਾਂ ਦਾ ਇਹ ਸ਼ਬਦ ਹੈ। ਸਾਚ ਨਾ ਲਾਗੇ ਮੈਲ, ਕਿਆ ਮਲ ਧੋਈਏ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਸੱਚ ਮੈਲਾ ਕਦੇ ਨਹੀਂ ਹੁੰਦਾ, ਤੇ ਜੋ ਮੈਲਾ ਹੀ ਨਹੀਂ ਹੁੰਦਾ ਫਿਰ ਉਹਨੂੰ ਧੋਣ ਦੀ ਲੋੜ ਨਹੀਂ ਪੈਂਦੀ। ਗੁਣ ਹੈ ਹਾਰ ਪਰੋਏ, ਕਿਸ ਕੋ ਰੋਈਏ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਪ੍ਰਮਾਤਮਾ ਦੇ ਗੁਣਾਂ ਦਾ ਹਾਰ ਜਿਨ੍ਹਾਂ ਨੇ ਹਿਰਦੇ ਵਿੱਚ ਪਰੋ ਕੇ ਰੱਖਿਆ ਹੈ, ਫਿਰ ਉਹਨਾਂ ਨੂੰ ਪੁਕਾਰਨ ਦੀ ਲੋੜ ਨਹੀਂ ਪੈਂਦੀ, ਉਹਨਾਂ ਨੂੰ ਤਰਲੇ ਲੈਣ ਦੀ ਲੋੜ ਨਹੀਂ ਪੈਂਦੀ। ਵਿਚਾਰ ਮਾਰੇ ਤਰੈ ਤਾਰੇ, ਉਲਟ ਜੋਨ ਨਾ ਆਵੇ। ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਵਿਚਾਰ ਰਾਹੀਂ ਆਪਣੇ ਮਨ ਨੂੰ ਮਾਰ ਲੈਂਦਾ ਏ, ਮਹਾਰਾਜ ਕਹਿੰਦੇ ਨੇ ਉਲਟ ਜੋਨ ਨਾ ਆਵੇ, ਉਹਨੂੰ ਫਿਰ ਜਨਮ ਮਰਨ ਦੇ ਗੇੜ ਤੋਂ ਮਹਾਰਾਜ ਕੱਢ ਦਿੰਦੇ ਨੇ। ਤਰੈ ਤਾਰੇ, ਤਰੈ ਤਾਰੇ, ਆਪ ਉਹ ਤਰਿਆ ਹੈ ਤੇ ਦੂਸਰੇ ਜਿਹੜੇ ਨਾਲ ਜੁੜਦੇ ਨੇ ਉਹਨਾਂ ਨੂੰ ਤਾਰ ਦਿੰਦਾ ਹੈ।
ਆਪ ਪਾਰਸ ਪਰਮ ਧਿਆਨੀ, ਸਾਚ ਸਾਚੇ ਭਾਵੇ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਉਹ ਪਰਮਾਤਮਾ ਪਾਰਸ ਸਰੂਪ ਹੈ। ਪਾਰਸ ਦੇ ਨਾਲ ਲੋਹੇ ਦੀ ਜਾਂ ਕੋਈ ਵੀ ਧਾਤ ਲਾ ਦੋ ਤੇ ਉਹ ਸੋਨਾ ਬਣ ਜਾਂਦੀ ਹੈ। ਮਹਾਰਾਜ ਕਹਿੰਦੇ ਰੱਬ ਇਸੇ ਤਰ੍ਹਾਂ ਹੈ ਕਿ ਜਿਹੜੇ ਬਿਲਕੁਲ ਲੋਹੇ ਵਰਗੇ ਨੇ, ਜੰਗਾਲਿਆ ਹੋਇਆ ਜਿਨ੍ਹਾਂ ਦਾ ਮਨ ਹੈ, ਉਹ ਜੇਕਰ ਗੁਰੂ ਨਾਲ ਜੁੜ ਜਾਣ ਤੇ ਗੁਰੂ ਉਹਨਾਂ ਨੂੰ ਸੋਨਾ ਬਣਾ ਦਿੰਦਾ ਹੈ। ਆਪ ਪਾਰਸ ਪਰਮ ਧਿਆਨੀ, ਉਹ ਪਰਮ ਧਿਆਨ ਸਰੂਪ ਹੈ। ਸਾਚ ਸਾਚੇ ਭਾਵੇ, ਤੇ ਰੱਬ ਨੂੰ ਸਿਰਫ ਸੱਚ ਹੀ ਚੰਗਾ ਲੱਗਦਾ, ਉਹਨੂੰ ਹੋਰ ਫਰੇਬ ਝੂਠ ਨਿੰਦਿਆ ਚੁਗਲੀ ਚੰਗੀ ਨਹੀਂ ਲੱਗਦੀ। ਆਨੰਦ ਆਨੰਦਿਨ ਹਰਖ ਸਾਚਾ, ਦੁਖ ਕਿਲ ਵਿਖ ਪਰ ਹਰੇ। ਮਹਾਰਾਜ ਕਹਿੰਦੇ ਜਿੰਦੇ ਅੰਦਰ ਹਮੇਸ਼ਾ ਆਨੰਦ ਹੈ, ਨਾਨਕ ਕਹਿ ਕਰ ਸਦਾ ਆਨੰਦ। ਅਨਦਿਨ ਉਹਦੇ ਅੰਦਰ ਖੁਸ਼ੀ ਹੈ, ਖੇੜਾ ਹੈ। ਤੇ ਜਿੱਥੇ ਖੇੜਾ ਹੈ, ਜਿੱਥੇ ਖੁਸ਼ੀ ਹੈ, ਜਾਂ ਜਿੱਥੇ ਚਾਨਣਾ ਹੈ, ਉੱਥੇ ਹਨੇਰਾ ਹੋ ਹੀ ਨਹੀਂ ਸਕਦਾ। ਜਿੱਥੇ ਆਨੰਦ ਹੈ, ਉੱਥੇ ਦੁੱਖ ਹੋ ਹੀ ਨਹੀਂ ਸਕਦਾ। ਜਿੱਥੇ ਪ੍ਰਮਾਤਮਾ ਵਿਗਾਸ ਰੂਪ ਦੇ ਵਿੱਚ ਹੈ, ਉੱਥੇ ਚਿੰਤਾ ਸੋਗ ਫਿਕਰ ਹੋ ਹੀ ਨਹੀਂ ਸਕਦੇ। ਨਾਨਕ ਕਹਿ ਕਰ ਸਦਾ ਆਨੰਦ। ਸੋ ਮਹਾਰਾਜ ਕਹਿੰਦੇ ਨੇ ਕਿਲਵਿਕ ਪਰ ਹਰੇ, ਦੁੱਖ ਤੇ ਕਿਲਵਿਕ ਜਿਹੜੇ ਸੀ ਉਹ ਸਾਰੇ ਹੀ ਚਲੇ ਗਏ। ਸੱਚ ਨਾਮ ਪਾਇਆ, ਗੁਰ ਦਿਖਾਇਆ, ਮੈਲ ਨਾਹੀ ਸੱਚ ਮਨੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਪ੍ਰਮਾਤਮਾ ਦੇ ਨਾਮ ਦੀ ਪ੍ਰਾਪਤੀ ਕਰ ਲਈ। ਉਹਨੇ ਨਾਮ ਜਿਹੜਾ ਸੀ ਉਹ ਵਿਖਾ ਦਿੱਤਾ, ਨਾਮ ਦੇ ਨਾਲ ਸਾਂਝ ਪਵਾ ਦਿੱਤੀ। ਤੇ ਇਹ ਮਹਾਰਾਜ ਕਹਿੰਦੇ ਨੇ ਮੈਲ ਨਾਹੀ ਸੱਚ ਮਨੇ। ਜਿੰਦੇ ਮਨ ਦੇ ਵਿੱਚ ਪ੍ਰਮਾਤਮਾ ਟਿਕਦਾ, ਫਿਰ ਮੈਲ ਉੱਥੇ ਨਹੀਂ ਰਹਿੰਦੀ। ਸੰਗਤ ਮੀਤ ਮਿਲਾਪ ਪੂਰਾ ਨਾਵਨੋ। ਮਹਾਰਾਜ ਕਹਿੰਦੇ ਇੱਕ ਤੀਰਥ ਸੰਗਤ ਹੈ। ਜਿਹੜੇ ਸੰਗਤ ਦੇ ਵਿੱਚ ਤੁਸੀਂ ਬੈਠੇ ਹੋ, ਇਹ ਸੰਗਤ ਤੀਰਥ ਹੈ। ਤੇ ਮਹਾਰਾਜ ਕਹਿੰਦੇ ਸੰਗਤ ਦੇ ਵਿੱਚ ਮਿਲ ਬੈਠ ਕੇ ਵਾਹਿਗੁਰੂ ਵਾਹਿਗੁਰੂ ਜਪਣਾ, ਬਾਣੀ ਪੜ੍ਹਨੀ, ਬਾਣੀ ਸੁਣਨੀ, ਕੀਰਤਨ ਸੁਣਨਾ, ਕਥਾ ਸੁਣਨੀ, ਕੀਰਤਨ ਕਰਨਾ, ਇਹ ਸਾਰਾ ਕੁਝ ਕੀ ਹੈ? ਇਹ ਵੀ ਨਾਮ ਦੇ ਵਿੱਚ ਇਸ਼ਨਾਨ ਹੈ। ਗਾਵੇ ਗਾਵਨਹਾਰ ਸ਼ਬਦ ਸੁਹਾਵਨੋ। ਜਿਹੜੇ ਮਨੁੱਖ ਪਰਮਾਤਮਾ ਦੇ ਸ਼ਬਦ ਦੇ ਵਿੱਚ ਜੁੜ ਜਾਂਦੇ ਨੇ, ਉਸ ਗਾਵਨਹਾਰੇ ਜਿੰਦੇ ਗੁਣ ਗਾਇਆ ਮਨ ਚ ਚਾਉ ਪੈਦਾ ਹੁੰਦਾ ਏ, ਖੜਾਓ ਪੈਦਾ ਹੁੰਦਾ ਏ। ਕਹਿੰਦੇ ਉਹਦੇ ਗੁਣ ਗਾਓ ਜਿੰਦੇ ਗੁਣ ਗਾਣ ਦੇ ਨਾਲ ਜਨਮ ਤੇ ਮਰਨ ਮੁੱਕ ਜਾਂਦਾ ਹੈ। ਸਲਾਹੇ ਸਾਚੇ ਮਨ ਸਤਿਗੁਰ, ਪੁੰਨ ਦਾਨ ਦਇਆ ਮਤੇ। ਸਤਿਗੁਰੂ ਗੁਰੂ ਨਾਨਕ ਦਾਸ ਮਹਾਰਾਜ ਆਖਦੇ ਨੇ, ਕਹਿੰਦੇ ਨੇ ਕਿ ਸਤਿਗੁਰੂ ਆਖਦੇ ਪਏ ਨੇ ਕਿ ਸਲਾਹੇ ਸਾਚੇ, ਕਿ ਉਸ ਸੱਚੇ ਪ੍ਰਮਾਤਮਾ ਦੀ ਸਿਫਤ ਸਲਾਹ ਕਰਨੀ ਹੈ। ਮਨ ਸਤਿਗੁਰ, ਕਿ ਉਹਦੇ ਹੁਕਮ ਨੂੰ ਮਨ ਦੇ ਵਿੱਚ ਮੰਨ ਲੈਣਾ ਹੈ। ਪੁੰਨ ਦਾਨ ਦਇਆ ਮਤੇ। ਤੇ ਕਹਿੰਦੇ ਜਦੋਂ ਕੋਈ ਫਿਰ ਪ੍ਰਮਾਤਮਾ ਦੇ ਦੱਸੇ ਹੁਕਮ ਤੇ ਚੱਲਦਾ ਹੈ ਨਾ, ਤੇ ਉਹਦੇ ਮਨ ਦੇ ਵਿੱਚ ਨਾ ਇਹ ਪੁੰਨ ਕਰਨ ਦਾ, ਦਾਨ ਕਰਨ ਦਾ ਸੁਭਾਅ ਪੈਦਾ ਹੁੰਦਾ। ਤੇ ਦਾਨ ਕਿਹੜਾ ਕਰਨਾ ਹੈ? ਕਿ ਸਭਨਾ ਨੂੰ ਕਰਦਾਨ। ਮਾਗ ਮੱਜਨ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ, ਸੁਨ ਸਭਨਾ ਨੂੰ ਕਰਦਾਨ। ਜਿਹੜੇ ਜਪ ਕੇ ਆਪ ਤਰੇ ਨੇ, ਉਹੀ ਨਾਮ ਦੂਸਰੇ ਨੂੰ ਜਪਾਉਣਾ ਹੈ। ਫਿਰ ਸੰਗ ਪਾਵੇ ਸਹਿਜ ਨਾਵੇ, ਬੇਨੀਤਾ ਸੰਗਮ ਸਤ ਸਤੇ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਬੇਨੀ ਤਾਂ ਸੰਗਮ। ਬੇਨੀ ਜਿੱਦਾਂ ਇਲਾਹਾਬਾਦ ਦੇ ਜਿੱਥੇ ਗੰਗਾ ਜਮਨਾ ਤੇ ਸਰਸਵਤੀ ਇਕੱਠੀਆਂ ਹੁੰਦੀਆਂ ਨੇ, ਮਹਾਰਾਜ ਕਹਿੰਦੇ ਨੇ ਉਹ ਜਿਵੇਂ ਬੇਨੀ ਦਾ ਇਸ਼ਨਾਨ ਲੋਕ ਕਰਦੇ ਆ ਨਾ, ਉਸੇ ਤਰ੍ਹਾਂ ਨਾਮ ਦੇ ਵਿੱਚ ਇਸ਼ਨਾਨ ਕਰਨ ਤੋਂ ਵੀ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ। ਉਹ ਸਦਾ ਸੰਗ ਸਹਾਈ ਹੁੰਦਾ ਹੈ। ਅਰਾਧ ਏਕ ਓੰਕਾਰ ਸਾਚਾ, ਨਿਤ ਦੇ ਚੜੇ ਸਵਾਇਆ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਇੱਕ ਓੰਕਾਰ ਜਿਹੜਾ ਪ੍ਰਮਾਤਮਾ ਹੈ ਨਾ, ਇੱਕ ਹੈ ਜਿਹੜਾ, ਉਹਨੂੰ ਨਿਤ ਜਪ, ਨਿਤ ਸਲਾਹ। ਤੇ ਜਿਉਂ-ਜਿਉਂ ਤੂੰ ਜਪੇਂਗਾ ਤਿਉਂ-ਤਿਉਂ ਤੇਰੇ ਅੰਦਰ ਆਨੰਦ ਪੈਦਾ ਹੋਵੇਗਾ। ਗਤ ਸੰਗ ਮੀਤਾ ਸੰਤ ਸੰਗਤ, ਕਰ ਨਦਰ ਮੇਲ ਮਿਲਾਇਆ। ਕਹਿੰਦੇ ਫਿਰ ਜਿਹੜੇ ਨਾਮ ਜਪਦੇ ਆ ਨਾ, ਉਹ ਜਦੋਂ ਫਿਰ ਨਾਮ ਜਪਣ ਵਾਲਿਆਂ ਦੀ ਸੰਗਤ ਕਰਦੇ ਆ, ਸੰਤ ਸੰਗਤ, ਫਿਰ ਕਹਿੰਦੇ ਇਹ ਪ੍ਰਮਾਤਮਾ ਦੀ ਦ੍ਰਿਸ਼ਟੀ ਹੈ। ਪਰਮਾਤਮਾ ਖੁਸ਼ ਹੋਇਆ ਤਾਂ ਸੰਗਤ ਦਾ ਮਿਲਾਪ ਹੁੰਦਾ ਏ। ਕਹਿ ਨਾ ਕਹੈ ਸਭ ਕੋਏ, ਕੇਵਡ ਆਖੀਐ। ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਪਰਮਾਤਮਾ ਬਹੁਤ ਵੱਡਾ ਹੈ। ਇੰਨਾ ਵੱਡਾ ਹੈ ਅਸੀਂ ਕਹਿ ਨਹੀਂ ਸਕਦੇ। ਕਿਵੇਂ ਅਸੀਂ ਉਹਦੇ ਬਾਰੇ ਕਥਨ ਕਰੀਏ? ਹਮ ਹਉ ਮੂਰਖ ਨੀਚ ਅਜਾਨ, ਸਮਝਾਂ ਸਾਖੀਏ। ਕਹਿੰਦੇ ਅਸੀਂ ਅਲਪੱਗ ਹਾਂ, ਸਾਡੀ ਇੰਨੀ ਮਤ ਸਮਝ ਨਹੀਂ, ਅਸੀਂ ਮੂਰਖ ਮਤ ਦੇ ਹਾਂ। ਪਰ ਪ੍ਰਮਾਤਮਾ ਤੂੰ ਇੰਨਾ ਬੇਅੰਤਿਆ, ਕੇਵਲ ਗੁਰੂ ਦੇ ਉਪਦੇਸ਼ ਰਾਹੀਂ ਤੇਰੀ ਸਮਝ ਪੈਂਦੀ ਹੈ। ਸੱਚ ਗੁਰ ਕੀ ਸਾਖੀ ਅੰਮ੍ਰਿਤ ਭਾਖੀ, ਤਿਤ ਮਨ ਮਾਨਿਆ ਮੇਰਾ।
ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਕਿ ਪ੍ਰਮਾਤਮਾ ਦਾ ਉਪਦੇਸ਼ ਜਿਹੜਾ ਹੈ ਨਾ, ਉਹਦੇ ਰਾਹੀਂ ਅੰਮ੍ਰਿਤ ਨਾਮ ਪ੍ਰਾਪਤ ਹੁੰਦਾ ਹੈ। ਤੇ ਉਹਦੇ ਅੰਮ੍ਰਿਤ ਨਾਮ ਕਰਕੇ ਜਿਹੜਾ ਹੈ ਮਹਾਰਾਜ ਕਹਿੰਦੇ ਨੇ ਕਿ ਮਨ ਟਿਕ ਗਿਆ। ਕੂਚ ਕਰਹੇ ਆਵੇਂ ਬਿਖਲਾਦੇ, ਸ਼ਬਦ ਸਚੇ ਗੁਰ ਮੇਰਾ। ਜਿਹੜੇ ਜੀਵ ਫਿਰ ਕਹਿੰਦੇ ਨੇ ਮਾਇਆ ਦੇ ਮੋਹ ਦੇ ਵਿੱਚ ਫਸੇ ਹੋਏ ਨੇ, ਉਹ ਸੰਸਾਰ ਦੇ ਵਿੱਚ ਆਏ ਤੇ ਉਹ ਜ਼ਹਿਰ ਖੱਟ ਕੇ ਚਲੇ ਗਏ। ਪਰ ਜਿਹੜੇ ਸ਼ਬਦ ਸੱਚੇ ਗੁਰ ਮੇਰਾ, ਜਿਨ੍ਹਾਂ ਨੂੰ ਨਾਮ ਮਿਲ ਜਾਂਦਾ ਹੈ, ਉਹ ਬਿਖ ਨਹੀਂ ਲੱਦ ਕੇ ਇੱਥੋਂ ਲੈ ਕੇ ਜਾਂਦੇ, ਪਰ ਜਿਨ੍ਹਾਂ ਨਾਮ ਤੋਂ ਹੀਨੇ ਨੇ ਉਹ ਜ਼ਹਿਰ ਦੀਆਂ ਪੰਡਾਂ ਭਰ ਕੇ ਇੱਥੋਂ ਲੈ ਜਾਂਦੇ ਨੇ। ਆਖਣ ਤੋਟ ਨਾ ਭਗਤ ਭੰਡਾਰੀ, ਭਰਪੁਰ ਰਹਿਆ ਸੋਏ। ਪਰਮਾਤਮਾ ਦੇ ਗੁਣਾਂ ਦਾ ਅੰਤ ਕਦੀ ਨਹੀਂ ਪੈਂਦਾ। ਜਿੰਨੇ ਆਖੀ ਜਾਓਗੇ ਉਹ ਇੰਨਾ ਬੇਅੰਤ ਆ ਕਿ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ, ਘਾਟ ਨਾ ਜਾਏ। ਉਹਦੇ ਭੰਡਾਰ ਭਰੇ ਹੋਏ ਨੇ। ਉਹਦੀ ਭਗਤੀ ਦੇ ਭੰਡਾਰਾਂ ਦੇ ਵਿੱਚੋਂ ਨਾਮ ਦੀ ਦਾਤ ਮਿਲਦੀ ਏ। ਨਾਨਕ ਸਾਚ ਕਹੈ ਬੇਨੰਤੀ, ਮਨ ਮਾਂਜੇ ਸਚ ਸੋਈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਆਖਰੀ ਪੰਕਤੀ ਵਿੱਚ ਆਖਦੇ ਨੇ ਕਿ ਜਿਹੜਾ ਮਨ ਨੂੰ ਮਾਂਜਦਾ ਹੈ, ਇੱਕ ਬੇਨਤੀ ਪ੍ਰਮਾਤਮਾ ਦੇ ਚਰਨਾਂ ਵਿੱਚ ਮੈਂ ਕਰ ਰਿਹਾ ਕਿ ਹੇ ਕਿਰਪਾ ਦੇ ਸਾਗਰ ਪ੍ਰਮਾਤਮਾ ਜੀ, ਤੁਹਾਡੇ ਚਰਨਾਂ 'ਚ ਅਰਦਾਸ